ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਸਿੱਖ ਇਸਤਰੀ ਦੇ ਨਾਲ ਸੰਬੰਧਿਤ ਹੈ। ਉਹਦਾ ਪ੍ਰੈਜ਼ੈਂਟ ਕੀ ਹੈ, ਫਿਊਚਰ ਕੀ ਹੈ, ਕੁਛ ਇਹੋ ਜਿਹੀਆਂ ਵਿਚਾਰਾਂ ਹਨ ਜਿਹੜੀਆਂ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਸਾਂਝੀਆਂ ਕਰਨਗੇ। ਤਾਂ ਮੈਂ ਵੀਰ ਤੇਜਿੰਦਰ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਵਿਸ਼ਾ ਸਿੱਖ ਹਿਸਟਰੀ ਅੱਜ ਤੇ ਕੱਲ ਆਉਣ ਵਾਲਾ ਸਮਾਂ ਤੇ ਪ੍ਰੈਜ਼ੈਂਟ ਵਿੱਚ ਇਹ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਜੋ ਗੁਰਮਤਿ ਕਲਾਸ ਹੈ ਉਸ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਾਰੇ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਮੈਂ ਆਪ ਜੀ ਦੇ ਨਾਲ ਅੱਜ ਜੋ ਵਿਚਾਰਾਂ ਆਰੰਭ ਕਰਨੀਆਂ ਹਨ ਉਹ ਹੈ ਸਿੱਖ ਇਸਤਰੀ ਦਾ ਯੋਗਦਾਨ ਕੀ ਹੈ ਔਰ ਉਸ ਦਾ ਸਿੱਖ ਧਰਮ ਦੇ ਵਿੱਚ ਸਨਮਾਨ ਕਿਸ ਤਰ੍ਹਾਂ ਹੈ ਔਰ ਕਿਵੇਂ ਜੋ ਗੁਰਮਤਿ ਦੀ ਵਿਚਾਰਧਾਰਾ ਹੈ ਉਸ ਨੂੰ ਇਸਤਰੀਆਂ ਆਪਣੀ ਜ਼ਿੰਮੇਵਾਰੀ ਸਮਝ ਕੇ ਕਿਵੇਂ ਆਪਣੇ ਹੀ ਘਰਾਂ ਤੋਂ ਸ਼ੁਰੂ ਕਰ ਸਕਦੀਆਂ ਹਨ, ਕਿਉਂਕਿ ਇਹ ਇੱਕ ਬੜਾ ਇੰਪੋਰਟੈਂਟ ਸੈਗਮੈਂਟ ਹੈ ਸਾਡੇ ਸਿੱਖ ਸਮਾਜ ਦਾ ਔਰ ਇਸ ਦੇ ਉੱਪਰ ਬੜੀ ਮਜ਼ਬੂਤ ਜਿਹੜੀਆਂ ਜ਼ਿੰਮੇਵਾਰੀਆਂ ਹਨ। ਅਸੀਂ ਪਿਛਲੇ ਲੈਕਚਰ ਵਿੱਚ ਅਸੀਂ ਇਹ ਦੇਖਿਆ ਸੀ ਵੀ ਕਿਵੇਂ ਇਤਿਹਾਸ ਦੇ ਅੰਦਰ ਸਿੱਖ ਬੀਬੀਆਂ ਨੇ ਆਪਣਾ ਯੋਗਦਾਨ ਦਿੱਤਾ ਔਰ ਬਖੂਬੀ ਪੰਥ ਨੂੰ ਸੰਭਾਲੀ ਰੱਖਿਆ ਔਰ ਪੰਥ ਦੇ ਵਿੱਚ ਐਸੇ ਯੋਧੇ ਪੈਦਾ ਕੀਤੇ, ਐਸੇ ਮਰਜੀਵੜੇ ਪੈਦਾ ਕੀਤੇ, ਐਸੇ ਗੁਰਸਿੱਖ ਪੈਦਾ ਕੀਤੇ ਕਿ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਖੇਲ ਕਰਕੇ ਵੀ ਸਿੱਖੀ ਅਸੂਲਾਂ ਦੇ ਉੱਤੇ ਪਹਿਰਾ ਦਿੱਤਾ ਔਰ ਭਾਵੇਂ ਉਸ ਵਾਸਤੇ ਉਹਨਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪਈਆਂ ਔਰ ਐਸੇ ਵੀ ਯੋਧੇ ਪੈਦਾ ਕੀਤੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ ਜਿਹੜੇ ਉੱਚ ਕੋਟੀ ਦੇ ਲਿਖਾਰੀ ਵੀ ਸਨ ਔਰ ਉੱਚ ਕੋਟੀ ਦੇ ਪ੍ਰਬੰਧਕ ਵੀ ਸਨ ਔਰ ਉਹਨਾਂ ਨੇ ਕਿਵੇਂ ਆਪਣਾ ਸੁਚੱਜਾ ਪ੍ਰਬੰਧ ਦਰਬਾਰ ਸਾਹਿਬ ਦਾ ਕੀਤਾ, ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਪਾਵਨ ਸਰੂਪ ਹੈ ਉਸ ਨੂੰ ਲਿਖਣ ਦੇ ਵਿੱਚ ਬਹੁਮੁੱਲੀ ਜਿਹੜੀ ਹੈ ਸੇਵਾ ਨਿਭਾਈ ਗੁਰੂ ਸਾਹਿਬ ਦੇ ਸਮੇਂ ਅੰਦਰ। ਤਾਂ ਇਹ ਸਾਰੀ ਕੰਟਰੀਬਿਊਸ਼ਨ ਜਿਹੜੀ ਹੈ ਜਿੱਥੇ ਇਹਨਾਂ ਮਹਾਨ ਵਿਅਕਤੀਆਂ ਤੇ ਜਾਂਦੀ ਹੈ, ਗੁਰਸਿੱਖਾਂ ਤੇ ਜਾਂਦੀ ਹੈ, ਉੱਥੇ ਹੀ ਉਹਨਾਂ ਬੀਬੀਆਂ ਤੇ ਵੀ ਜਾਂਦੀ ਹੈ, ਉੱਥੇ ਮਾਵਾਂ ਧੀਆਂ ਭੈਣਾਂ ਤੇ ਵੀ ਜਾਂਦੀ ਹੈ ਕਿ ਜਿਨ੍ਹਾਂ ਨੇ ਆਪ ਵੀ ਗੁਰਮਤਿ ਦੇ ਉੱਪਰ ਪਹਿਰਾ ਦਿੱਤਾ ਤੇ ਆਪਣੇ ਬੱਚਿਆਂ ਨੂੰ ਵੀ ਗੁੜਤੀ ਦੇ ਵਿੱਚ ਗੁਰਮਤਿ ਦਿੱਤੀ। ਤਾਂ ਅੱਜ ਇਹ ਜ਼ਰੂਰੀ ਬਣਦਾ ਹੈ ਕਿ ਅਸੀਂ ਇਹ ਦੇਖੀਏ ਕਿ ਜੋ ਔਰਤ ਹੈ, ਜੋ ਸਿੱਖ ਬੀਬੀਆਂ ਹਨ, ਇਸਤਰੀਆਂ ਹਨ, ਸਿੱਖ ਬੀਬੀਆਂ ਇਨ ਪਾਰਟਿਕੂਲਰ ਔਰ ਇਸਤਰੀਆਂ ਇਨ ਜਨਰਲ, ਉਹਨਾਂ ਦਾ ਦੂਜੇ ਧਰਮਾਂ ਦੇ ਵਿੱਚ ਕੀ ਸਥਾਨ ਰਿਹਾ ਹੈ ਔਰ ਸਿੱਖ ਧਰਮ ਦੇ ਵਿੱਚ ਉਹਨਾਂ ਦਾ ਕੀ ਸਥਾਨ ਰਿਹਾ। ਅੱਜ ਦਾ ਜੋ ਵਿਚਾਰ ਅਸੀਂ ਆਪ ਨਾਲ ਚਰਚਾ ਕਰਨੀ ਹੈ ਇਸ ਦਾ ਆਧਾਰ ਸਿੱਖ ਮਿਸ਼ਨਰੀ ਕਾਲਜ ਵੱਲੋਂ ਛਪੀ ਹੋਈ ਜੋ ਪੁਸਤਕ ਹੈ ਸਿੱਖ ਧਰਮ ਵਿੱਚ ਇਸਤਰੀ ਦਾ ਸਨਮਾਨ, ਉਸ ਦੇ ਵਿੱਚੋਂ ਐਕਸਟ੍ਰੈਕਟਸ ਲੈ ਕਰਕੇ ਆਪ ਜੀ ਦੇ ਨਾਲ ਵਿਚਾਰਾਂ ਜਿਹੜੀਆਂ ਹਨ ਸਾਂਝੀਆਂ ਕਰਨੀਆਂ ਹਨ। ਤੋਂ ਅਸੀਂ ਦੇਖੀਏ ਕਿ ਪੁਰਾਤਨ ਜਿਹੜੇ ਸਮਿਆਂ ਦੇ ਅੰਦਰ ਸਿੱਖ ਧਰਮ ਦੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਪਹਿਲਾਂ ਜੋ ਇਸਤਰੀ ਨੂੰ ਧਰਮ ਦੇ ਅੰਦਰ ਸਥਾਨ ਦਿੱਤਾ ਗਿਆ ਸੀਗਾ ਉਹ ਬਹੁਤ ਹੀ ਨੀਵੇਂ ਦਰਜੇ ਦਾ ਸੀ ਔਰ ਸਾਡੇ ਸਨਾਤਨੀ ਧਰਮ ਦੇ ਵਿੱਚ
ਇਸਤਰੀ ਨੂੰ ਪੁਰਸ਼ ਮੈਂਬਰਾਂ ਦੀ ਅਧੀਨਗੀ ਵਿੱਚ ਹੀ ਰੱਖਣਾ ਚਾਹੀਦਾ ਹੈ। ਐਸੀਆਂ ਉਹਦੇ ਵਿੱਚੋਂ ਹਦਾਇਤਾਂ ਹਨ। ਮਨੂ ਸਿਮਰਤੀ ਨੇ ਇਸਤਰੀਆਂ ਨੂੰ ਅਗਿਆਨਨਾ ਅਤੇ ਝੂਠ ਦੀਆਂ ਮੂਰਤਾਂ ਕਹਿ ਕਰਕੇ ਦੁਰਕਾਰਿਆ ਹੈ। ਮਨੂ ਦੇ ਕਹੇ ਅਨੁਸਾਰ ਇਹ ਦੁੱਖਾਂ ਦਾ ਕਾਰਨ ਹਨ ਅਤੇ ਇਹ ਬੇਵਕੂਫਾਂ ਨੂੰ ਵੀ ਨਹੀਂ, ਗਿਆਨਵਾਨਾਂ ਤੇ ਰਿਖੀਆਂ ਮੁਨੀਆਂ ਨੂੰ ਵੀ ਕੁਰਾਏ ਪਾ ਕੇ ਆਪਣੀਆਂ ਵਾਸ਼ਨਾਵਾਂ ਦਾ ਸ਼ਿਕਾਰ ਬਣਾ ਕੇ ਆਪਣੇ ਅਧੀਨ ਕਰ ਲੈਂਦੀਆਂ ਹਨ। ਇਸਤਰੀਆਂ ਸ਼ੂਦਰਾਂ ਦੀ ਤਰ੍ਹਾਂ ਆਪਣਾ ਜਨੇਊ ਸੰਸਕਾਰ ਨਹੀਂ ਕਰਾ ਸਕਦੀਆਂ ਅਤੇ ਜੋ ਉਹਨਾਂ ਦੇ ਪਵਿੱਤਰ ਮੰਤਰ ਹਨ, ਗਾਇਤਰੀ ਮੰਤਰ ਆਦਿ, ਉਹ ਵੀ ਨਹੀਂ ਪੜ ਸਕਦੀ। ਔਰ ਪੁਰਾਣਾਂ ਵਿੱਚ ਇਹਨਾਂ ਨੂੰ ਮਾਰੂ ਜ਼ਹਿਰ ਤੇ ਨਸ਼ੀਲੀ ਸ਼ਰਾਬ ਕਿਹਾ ਗਿਆ ਹੈ। ਇਸਤਰੀ ਨੂੰ ਪਤੀ ਨੂੰ ਪਰਮੇਸ਼ਰ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ, ਭਾਵੇਂ ਕਿ ਉਹ ਪਤੀ ਕੁਰੂਪ ਹੋਵੇ, ਭੈੜੇ ਕਿਰਦਾਰ ਵਾਲਾ ਹੋਵੇ, ਜੂਏਬਾਜ਼ ਹੋਵੇ ਔਰ ਵੇਸ਼ਵਾਗਾਮੀ ਹੋਵੇ। ਉਸ ਨੂੰ ਪਤੀ ਪਰਮੇਸ਼ਰ ਕਰਕੇ ਹੀ ਮੰਨਣ ਦਾ ਇਹ ਸਿਮਰਤੀਆਂ ਦੇ ਅੰਦਰ, ਪੁਰਾਣੇ ਦੇ ਅੰਦਰ ਹੁਕਮ ਕੀਤਾ ਗਿਆ ਹੈ। ਇੱਥੇ ਹੀ ਬਸ ਨਹੀਂ, ਜੇ ਕਿਤੇ ਕਿਸੇ ਔਰਤ ਦਾ ਪਤੀ ਮਰ ਜਾਏ ਤਾਂ ਉਸ ਨੂੰ ਪਤੀ ਦੇ ਨਾਲ ਚਿਖਾ ਵਿੱਚ ਜਿਉਂਦਿਆਂ ਸੜਨਾ ਪੈਂਦਾ ਹੈ, ਜਿਸ ਨੂੰ ਸਤੀ ਹੋਣਾ ਕਿਹਾ ਜਾਂਦਾ ਸੀ। ਪਤੀ ਦੀ ਮਗਰੋਂ ਦੂਜਾ ਵਿਆਹ ਕਰਾਉਣ ਦਾ ਤੇ ਸਵਾਲ ਵੀ ਨਹੀਂ ਸੀ ਪੈਦਾ ਹੁੰਦਾ, ਪਰ ਪਤੀਆਂ ਲਈ ਪਤਨੀ ਦੇ ਚਲਾਣੇ ਕਰਨ ਤੋਂ ਬਾਅਦ ਕੋਈ ਐਸਾ ਵਿਧਾਨ ਨਹੀਂ ਕਿ ਪਤੀ ਵੀ ਸਤੀ ਹੋ ਜਾਏ ਪਤਨੀ ਦੀ ਚਿਖਾ ਤੇ ਐਸਾ ਕੋਈ ਵਿਧਾਨ ਘੜਿਆ ਹੀ ਨਹੀਂ ਗਿਆ, ਕਿਉਂਕਿ ਇਹ ਜਿਹੜਾ ਇਹ ਪੁਰਸ਼ ਦੇ ਹੱਕ ਵਿੱਚ ਜਿਹੜੇ ਹਨ ਉਹ ਸਾਰੇ ਹੀ ਜਿਹੜੇ ਫਰਮਾਨ ਜਿਹੜੇ ਉਹ ਦਿੱਤੇ ਹੋਏ ਹਨ। ਪੁਰਸ਼ ਸ਼ਰੇਆਮ ਇੱਕ ਤੋਂ ਵੱਧ ਇਸਤਰੀਆਂ ਰੱਖ ਸਕਦੇ ਹਨ। ਦੇਵਦਾਸੀਆਂ ਦੇ ਰੂਪ ਵਿੱਚ ਇਸਤਰੀਆਂ ਪੁਜਾਰੀਆਂ ਦੀ ਕਾਮ ਭੁੱਖ ਮਿਟਾਉਂਦੀਆਂ ਰਹੀਆਂ ਸਨ। ਸਿੱਖ ਗੁਰੂਆਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕਰਕੇ ਇਹਨਾਂ ਸਾਰੇ ਜਿਹੜੇ ਰੀਤੀ ਰਿਵਾਜ ਹਨ ਉਹਨਾਂ ਵਿੱਚ ਡਟ ਕੇ ਆਵਾਜ਼ ਉਠਾਈ ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਸਤੀ ਪ੍ਰਥਾ ਜਿਹੜੀ ਹੈ ਉਸ ਨੂੰ ਬੰਦ ਕਰਵਾਉਣ ਵਿੱਚ ਮੇਜਰ ਰੋਲ ਜਿਹੜਾ ਹੈ ਉਹ ਪਲੇ ਕੀਤਾ। ਜੇਕਰ ਅਸੀਂ ਨਾਲ ਦੇ ਹੋਰ ਧਰਮਾਂ ਵਿੱਚ ਗੱਲ ਕਰੀਏ ਤਾਂ ਜੈਨੀਆਂ ਦੇ ਹਿਸਾਬ ਨਾਲ ਇਸਤਰੀ ਕਦੇ ਵੀ ਮੁਕਤੀ ਨਹੀਂ ਸੀ ਹਾਸਲ ਕਰ ਸਕਦੀ। ਬੁੱਧ ਧਰਮ ਵਿੱਚ ਇਹ ਸਲਾਹ ਦਿੱਤੀ ਜਾਂਦੀ ਸੀ ਕਿ ਇਸਤਰੀਆਂ ਨੂੰ ਭਿਕਸ਼ੂ ਸੰਘ ਵਿੱਚ ਸ਼ਾਮਲ ਨਾ ਕਰੋ, ਇਸ ਨਾਲ ਬੁੱਧ ਧਰਮ ਦੀ ਆਯੂ ਘਟ ਜਾਵੇਗੀ। ਯੋਗ ਮਤ ਵਾਲੇ ਇਸਤਰੀ ਨੂੰ ਬਘਿਆੜਨ ਕਹਿੰਦੇ ਸਨ, ਜੋ ਤਿੰਨਾਂ ਲੋਕਾਂ ਦਾ ਨਾਸ਼ ਕਰ ਰਹੀ ਹੈ। ਇਸਲਾਮ ਵਿੱਚ ਵੀ ਇਸਤਰੀ ਮਸਜਿਦ ਵਿੱਚ ਜਾ ਕੇ ਨਮਾਜ਼ ਨਹੀਂ ਅਦਾ ਕਰ ਸਕਦੀ ਤੇ ਨਾ ਹੀ ਧਰਮ ਉਪਦੇਸ਼ਕ ਬਣ ਸਕਦੀ ਹੈ। ਇਸਤਰੀ ਨੂੰ ਘਰ ਦੀ ਚਾਰ ਦੀਵਾਰੀ ਅਤੇ ਪਰਦੇ ਵਿੱਚ ਰੱਖਿਆ ਜਾਂਦਾ ਸੀ, ਜਿੱਥੇ ਕਿ ਮੁਸਲਮਾਨ ਚਾਰ ਵਿਵਾਹ ਕਰਵਾ ਸਕਦਾ ਸੀ, ਉੱਥੇ ਮੁਸਲਮਾਨ ਔਰਤ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਸੀ। ਈਸਾਈ ਮਤ ਅਨੁਸਾਰ ਸਭ ਗੁਨਾਹਾਂ ਤੇ ਪਾਪਾਂ ਦਾ ਸੋਮਾ ਇਸਤਰੀ ਹੈ। ਸ਼ੈਤਾਨ ਇਸ ਨੂੰ ਸਾਧਨ ਬਣਾ ਕੇ ਮਨੁੱਖਾਂ ਨੂੰ ਭੋਗਦਾ ਹੈ। ਪਰ ਇਸ ਦੇ ਵਿਪਰੀਤ, ਇਨ ਕੰਟਰਾਸਟ, ਸਿੱਖ ਧਰਮ ਨੇ ਇਸਤਰੀ ਨੂੰ ਪੁਰਖ ਦੇ ਬਰਾਬਰ ਦਾ ਦਰਜਾ ਦੇ ਕੇ ਇੱਕ ਇਨਕਲਾਬੀ ਕੰਮ ਕੀਤਾ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਇਸਤਰੀਆਂ ਸਿੱਖ ਧਰਮ ਧਾਰਨ ਕਰਨ ਲੱਗ ਪਈਆਂ। ਉਹ ਗੁਰਦੁਆਰਿਆਂ ਵਿੱਚ ਕੀਰਤਨ ਕਰਦੀਆਂ ਅਤੇ ਸੇਵਾ ਕਰਦੀਆਂ ਸਨ। ਸਿੱਖ ਧਰਮ ਅਨੁਸਾਰ ਇਸਤਰੀ ਜਾਂ ਪੁਰਖ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਕੰਮਾਂ ਉੱਪਰ ਹੀ ਨਿਬੇੜਾ ਹੁੰਦਾ ਹੈ, ਭਾਵੇਂ ਕੋਈ ਪੁਰਸ਼ ਹੋਵੇ ਤੇ ਭਾਵੇਂ ਕੋਈ ਇਸਤਰੀ ਹੋਵੇ। ਧੰਨ ਗੁਰੂ ਨਾਨਕ ਪਾਤਸ਼ਾਹ ਨੇ, ਜਿਨ੍ਹਾਂ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ, ਉਹਨਾਂ ਨੇ ਆਪਣੀ ਬਾਣੀ ਆਸਾ ਕੀ ਵਾਰ ਦੀ 19ਵੀਂ ਪੌੜੀ ਵਿੱਚ ਦੇ ਸ਼ਲੋਕ ਵਿੱਚ ਇਸਤਰੀ ਦੀ ਮਹਾਨਤਾ ਨੂੰ ਬਹੁਤ ਚੰਗੀ ਤਰ੍ਹਾਂ ਵਿਖਿਆਨਿਆ ਹੈ। ਗੁਰਦੇਵ ਫਰਮਾਉਂਦੇ ਹਨ, ਜਿਸ ਔਰਤ ਨੂੰ ਪੁਰਾਣੇ ਧਰਮਾਂ ਨੇ ਜਗ੍ਹਾ ਜਗ੍ਹਾ ਨਿੰਦਿਆ ਹੈ, ਉਸੇ ਔਰਤ ਦੇ ਕਾਰਨ ਮਨੁੱਖ ਸੰਸਾਰ ਵਿੱਚ ਆਉਂਦਾ ਹੈ। ਔਰਤ ਨਾਲ ਹੀ ਉਸ ਦਾ ਰਿਸ਼ਤਾ ਤੇ ਵਿਆਹ ਆਦਿ ਹੁੰਦੇ ਹਨ ਅਤੇ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਮਨੁੱਖੀ ਜੀਵਨ ਵਿੱਚ ਇਸਤਰੀ ਦੀ ਕਿੰਨੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਕਿ ਔਰਤ ਦੇ ਮਰਨ ਮਗਰੋਂ ਮਨੁੱਖ ਦੂਜੀ ਔਰਤ ਦੀ ਭਾਲ ਸ਼ੁਰੂ ਕਰ ਦਿੰਦਾ ਹੈ। ਅੰਤ ਵਿੱਚ ਗੁਰਦੇਵ ਫਰਮਾਉਂਦੇ ਹਨ ਕਿ ਜਿਸ ਔਰਤ ਨੇ ਰਾਜਿਆਂ, ਭਗਤਾਂ, ਫਿਲਾਸਫਰਾਂ, ਸੂਰਮਿਆਂ ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਦਾ ਕਿਵੇਂ ਆਖਿਆ ਜਾ ਸਕਦਾ ਹੈ? ਭਾਵ ਨਹੀਂ ਆਖਿਆ ਜਾਣਾ ਚਾਹੀਦਾ ਔਰ ਨਹੀਂ ਆਖਿਆ ਜਾ ਸਕਦਾ।
ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਉਹ ਮਨੁੱਖ ਇਸਤਰੀ ਹੋਵੇ ਭਾਵੇਂ ਪੁਰਸ਼, ਦੋਨੋਂ ਹੀ ਜਿਹੜੇ ਹਨ ਉਹ ਹਰੀ ਜਸ ਨੂੰ ਗਾ ਸਕਦੇ ਹਨ। ਮਹਾਰਾਜ ਦਾ ਫਰਮਾਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 473 ਤੇ ਇਹ ਸੁਭਾਈਮਾਨ ਹੈ, ਭੰਡ ਜਮੀ ਹੈ, ਭੰਡ ਨਿਵੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੁਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾਨ। ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀ ਹੈ, ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤੇ ਸੱਚਾ ਦਰਬਾਰ। ਸਿੱਖ ਧਰਮ ਨੇ ਸਤੀ ਪ੍ਰਥਾ ਦਾ ਘੋਰ ਵਿਰੋਧ ਕੀਤਾ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਕਬਰ ਪਾਸੋਂ ਇਸ ਪ੍ਰਥਾ ਤੇ ਵਿਰੁੱਧ ਫਰਮਾਨ ਜਾਰੀ ਕਰਵਾਇਆ। ਬੀਬੀਆਂ ਨੂੰ ਘੁੰਡ ਪਰਦਾ ਕੱਢਣ ਦੀ ਮਨਾਹੀ ਕੀਤੀ ਗਈ। ਬੀਬੀਆਂ ਨੂੰ ਧਰਮ ਪ੍ਰਚਾਰਕ ਨਿਯੁਕਤ ਕੀਤਾ ਗਿਆ ਅਤੇ ਸਿੱਖ ਮਰਦਾਂ ਦੀ ਤਰ੍ਹਾਂ ਅੰਮ੍ਰਿਤਪਾਨ ਕਰਵਾਇਆ ਗਿਆ। ਉਹ ਅੰਮ੍ਰਿਤ ਛਕਾਉਣ ਸਮੇਂ ਪੰਜਾਂ ਪਿਆਰਿਆਂ ਵਿੱਚ ਵੀ ਸ਼ਾਮਲ ਹੋ ਸਕਦੀਆਂ ਹਨ। ਸਿੱਖ ਬੀਬੀਆਂ ਆਪਣੇ ਭਰਾਵਾਂ ਦੇ ਸੰਗ ਜੰਗਾਂ ਯੁੱਧਾਂ ਵਿੱਚ ਹਿੱਸਾ ਲੈਂਦੀਆਂ ਰਹੀਆਂ ਅਤੇ ਰਾਜ-ਕਾਜ ਦੇ ਕੰਮਾਂ ਨੂੰ ਚਲਾਉਂਦੀਆਂ ਰਹੀਆਂ। ਅੱਜ ਸਿੱਖ ਇਸਤਰੀ ਹਰ ਖੇਤਰ ਵਿੱਚ ਪੁਰਸ਼ ਦੀ ਤਰ੍ਹਾਂ ਜਸ ਖੱਟ ਰਹੀ ਹੈ। ਇਹ ਸਭ ਸਿੱਖ ਵਿਚਾਰਧਾਰਾ ਦੇ ਇਨਕਲਾਬੀ ਹੋਣ ਦਾ ਸਦਕਾ ਹੀ ਹੈ। ਅੱਜ ਜਦੋਂ ਕਿ ਆਧੁਨਿਕਤਾ ਦੇ ਨਾਂ ਹੇਠਾਂ ਸਿੱਖ ਬੱਚੇ ਤੇ ਬੱਚੀਆਂ ਧਰਮ ਤੋਂ ਦੂਰ ਜਾ ਰਹੀਆਂ ਹਨ, ਧਰਮ ਪ੍ਰਤੀ ਕੇਸਾਂ ਨੂੰ ਤਿਲਾਂਜਲੀ ਦੇ ਰਹੀਆਂ ਹਨ, ਨੈਤਿਕਤਾ ਦਾ ਦਿਵਾਲਾ ਨਿਕਲ ਰਿਹਾ ਹੈ ਅਤੇ ਨੌਜਵਾਨ ਨਸ਼ਾਖੋਰੀ ਵਿੱਚ ਪੂਰੀ ਤਰ੍ਹਾਂ ਗਲਤਾਨ ਹਨ, ਉਦੋਂ ਸਿੱਖ ਬੀਬੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧੀ, ਭੈਣ, ਮਾਂ ਤੇ ਪਤਨੀ ਦੇ ਰੂਪ ਵਿੱਚ ਆਪਣੇ ਪਰਿਵਾਰ ਨੂੰ ਸਿੱਖੀ ਨਾਲ ਜੋੜੇ, ਜਿਵੇਂ ਕਦੇ ਮਾਤਾ ਭਾਗ ਕੌਰ ਜੀ ਨੇ ਦਸਮ ਪਾਤਸ਼ਾਹ ਦੇ ਤੋਂ ਵਿਛੜੇ ਸਿੰਘਾਂ ਨੂੰ ਮੁੜ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜਿਆ ਸੀ। ਆਓ ਇਸ ਪਿਛੋਕੜ ਤੋਂ ਬਾਅਦ ਅਸੀਂ ਇਹ ਦੇਖੀਏ ਕਿ ਸਿੱਖ ਪ੍ਰਚਾਰਕ ਇਸਤਰੀ ਦਾ ਪਹਿਲਾ ਪ੍ਰਚਾਰ ਕੇਂਦਰ ਕੀ ਹੋ ਸਕਦਾ ਹੈ। ਭਾਵ ਕਿ ਸਿੱਖ ਇਸਤਰੀ ਕਿਵੇਂ ਆਪਣੇ ਆਪ ਨੂੰ ਇੱਕ ਪ੍ਰਚਾਰਕ ਦੇ ਤੌਰ ਦੇ ਉੱਪਰ ਆਪਣਾ ਪ੍ਰਚਾਰ ਕਿੱਥੋਂ ਸ਼ੁਰੂ ਕਰੇ। तो निश्चय ही ये उसका अपना ही परिवार है। एक बड़ी इंपॉर्टेंट गल है वीरों ते भैनों कि जेकर इस्त्री अपनी जिम्मेवारी संभाल लेंदी है, क्योंकि जिहड़ी टीचर है गुरु तो बाद सब तो पहली नैक्सट जिहड़ी टीचर है वो औरत है। औरत ही बच्चे नूं बोलना सिखाउंदी है, उन्होंने चलना सिखाती है, उन्होंने होर काम काज खाना पीना सिखाती है, ते ओहदी मां दे नाल बहुत ज़्यादा अटैचमेंट होंदी है बच्चे की। तो इस करके मां अगर गुरमत भी उन्होंने सिखाने लग जाए तो फिर बड़ा वधिया जड़ा है वो काम जड़ा है गुरमत का चल सकता है और बच्चों के भी सिक्खी जड़ी है वो गुड़ती के नाल ही उन्होंने अंदर प्रवेश हो जाएगी और सिख स्त्री अपना बड़ा अच्छा बखूबी रोल अदा कर सकेगी एक प्रचारक के रूप अंदर। ते पहला वह अपना घर ही पहला प्रचार केंद्र हो सकता है। इस विषय वाल आउन तो पहला मैं आप जी का ध्यान एक गैर सिख लड़की सविता रशम की अजीत अखबार विच 25 दिसंबर 2000 ਨੂੰ ਛਪੀ एक चिट्ठी वाल दिवाना चाहता हाँ। संपादक के नाम लिखी गई इस चिट्ठी कुछ इस प्रकार है। मैं सारे नूं कहांगा कि बड़े प्यार नाल और बड़े ध्यान नाल हो करके इस नूं सुनन। हाई कोर्ट, मैं पंजाब यूनिवर्सिटी चंडीगढ़ की एक विद्यार्थन हाँ। मैं ना तो पंजाबी हाँ ते ना ही सिख। पढ़ाई के सिलसिले विच मैनू पंजाब यूनिवर्सिटी आना पिया ਅਤੇ पिछले 3 सालों तो मैं इत्थे ही रह रही हाँ। मैं किताबों विचों सिख धर्म बारे बहुत जानकारी प्राप्त की सी। किताबां पढ़ के मेरा सिख फलसफे ਅਤੇ सिख शहीदा अगे सिर झुक जाता सी, पर पंजाब यूनिवर्सिटी विच सिख नौजवानों की हालत वेख के मेरे तो रहा नहीं गया। मेरे जज्बातां ने मैनू पत्र लिखण लई मजबूर कर दिता। मैनू पंजाबी लिखनी नहीं आउंदी। ये चिट्ठी मैं अपने किसी सहेली तो लिखवा रही हाँ। 2 मिनट वास्ते मैं थोड़ा गैप लेना चाहांगा, वीर जी माफ करना। मैं क्षमा करना जी, मैं आप जी तो थोड़ा समा लिया है। तो मैं उस बच्ची की
चिट्ठी आप दे नाल सविता रशम दी चिट्ठी साझी कर रहा हाँ। वो लिख रही है कि अज सिख नौजवान अपने केस कटवा के अपना ना ही नहीं डुबो रहे, सगों वो अपने केसाधारी मापियां दी मानसिकता नाल भी त्रो कमा रहे हैं। सच मानियो लोगो, यूनीवर्सिटी विच रह रहे सिखां दे जिन्ने मुंडियां ने भी वाल कटवाए हुए हैं, वो सारे सिगरटां पींदे हैं अते होर नशे करते हैं। पंजाब दे दूर दुराडे पिंडां विचों आए मुंडे जो होस्टलां विच रहिंदे हैं, हुण इन्नियां माड़ियां आदतां दे शिकार हैं कि लिखदियां भी शर्म आउंदी है। हर मुंडा अपनी पहचान ढिल्लों, बराड़, संधू, रंधावा अते मान आदि जातां दे नाल करवाउंदा है। सिंह अखर इन्हां दे नाम विचों गायब ही हो रहा है। शायद तंबाकू अते अफीम ने उन्हां नूं सचमुच ही बब्बर शेर नहीं रहन दिता। मैं सिख समाज अते सिख नौजवानां दे मापियां नूं दुखी मन नाल बेनती करदी हां कि वो अपनी जवानी नूं जरदे अते अफीम तो बचा के अपने विरसे नाल जुड़न दा यतन करन। मैं उम्मीद करदी हां कि सिख समाज एक गैर सिख कुड़ी दियां भावना वाल ध्यान देगा। ते बहुत ही मन नूं टुंबन वाली और बड़ी वधिया जिहड़ी है वो सलाह उस बच्ची ने मापिओ नूं दित्ती है। ते इह साडा फर्ज बनदा है कि असीं इस पॉइंट वाल तवज्जो दईए और अपने जिहड़े बच्चे हन उन्हां नूं असीं संभालीए। ਹਿਰਦਾ ਪਾਟਣ ਨੂੰ ਆਉਂਦਾ ਹੈ ਅਜੇ ਪੱਤਰ ਜਾਂ ਅਜਿਹੀਆਂ ਖਬਰਾਂ ਪੜ੍ਹ ਕੇ ਜਿਨ੍ਹਾਂ ਅਸੂਲਾਂ ਤੇ ਆਦਰਸ਼ਾਂ ਨੂੰ ਸਾਡੇ ਗੁਰੂ ਸਾਹਿਬਾਨ ਅਤੇ ਬਾਅਦ ਵਿੱਚ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਪਾ ਕੇ ਸਿਰਜਿਆ ਤੇ ਸਿੰਜਿਆ, ਉਹਨਾਂ ਅਸੂਲਾਂ ਤੋਂ ਲਾਪਰਵਾਹ ਤੇ ਬੇਮੁਖ ਹੋ ਕੇ ਜਦੋਂ ਅੱਜ ਦਾ ਸਿੱਖ ਨੌਜਵਾਨ ਨਸ਼ਿਆਂ ਵਿੱਚ ਗਰਕ ਹੁੰਦਾ ਨਜ਼ਰ ਆਉਂਦਾ ਹੈ ਤਾਂ ਸਿੱਖੀ ਦਰਦ ਰੱਖਣ ਵਾਲਾ ਹਰ ਗੁਰਸਿੱਖ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ कि आखिर कारण की है, क्यों आज के नौजवान नूं अपनी गौरवमयी विरसे का एहसास नहीं है, क्यों आज के बच्चे गुरसिखी जीवन नूं जून नूं पछड़ेवा बैकवर्डनेस समझते हैं, क्यों आज की पीढ़ी आधुनिकता मॉडर्नाइजेशन के चक्कर विच पै के गुरमत असूलों नूं तिलांजलि दे रही है। क्यों 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 ये बार बार सवाल उठता है। जदों असीं एक पासे इतिहास विच बाबा जोरावर सिंह जी अते बाबा फतेह सिंह जी की 8 ते 6 साल की छोटी उम्र विच सिक्खी असूलों लई शहादत देने की गल पढ़ते हाँ तो दूजे पासे आज के सिख नौजवानों नूं असूलों नूं त्याग के फैशन प्रस्ती दे वहन विच डुबिया रुड़िया देखते हाँ तो सानू इतिहास अते वर्तमान विच एक विरोधाभास नजर आउंदा है। मन सोचण नूं मजबूर हो जाता है कि आखिर इन्नी छोटी उम्र विच शहादत देने की हिम्मत ते दलेरी उन्हां छोटे साहिबजादियां विच कित्थों आई, जबकि अज दा नौजवान उन्हां दी शहादत बारे ज्ञान तक नहीं रखता। गुरबाणी दा फरमान है, तिन धन जनेंदी माऊ आए सफल से। थोड़ा जिहा बरीकी नाल विचारीए तां सानू सहजे ही नजर आएगा कि इस लासानी शहादत दीयां जड़ां साहिबजादियां दे बचपन की सुचज्जी सिखलाई ਅਤੇ अनुकूल परिवारक वातावरण की जरखेज फर्टाइल मिट्टी विच लगियां होईयां हन। मनोविग्यानियां दा विचार है कि बच्चे के विकास उत्ते घरेलू वातावरण का बड़ा डूंगा असर पैंदा है। परिवार समाज की एक महत्वपूर्ण बुनियादी इकाई है, यूनिट है। हर तरह की समाजिक तब्दीली का असल अमल परिवार तो ही शुरू होता है। परिवार सभ्यता की कार्यशाला है, इत्थे ही बच्चे दे आचरण की घाड़त घड़ी जाती है। परिवार धर्म की टकसाल है। गुरमत का संदेश मनुख नूं सच रूपी रब्बी हस्ती दे लड़ ला के उसनूं सचियार बनाउंदा है ताकि नरोए समाज की सिरजना की जा सके। अजिहा तां ही संभव है जेकर नरोईयां शख्सियतां घड़ियां जान। परिवार अजिहियां शख्सियतां दे निर्माण लई बुनियादी टकसाल है, इसनूं भी सानू समझना चाहिए है। पट्टां दे सवैयां विच गुरु अर्जन देव महाराज जी दे बारे लिखिया है, तैं जन्मत गुरमत ब्रह्म पछानियो। भाव गुरु अर्जन देव महाराज ने बचपन तो ही उन्होंने गुरमत की
ਜਿਹੜੀ ਹੈ ਗੁੜਤੀ ਮਿਲੀ ਔਰ ਉਹਨਾਂ ਦੇ ਅੰਦਰ ਗੁਰਮਤਿ ਦਾ ਗਿਆਨ, ਅਕਾਲ ਪੁਰਖ ਬਾਰੇ ਸਪਸ਼ਟਤਾ ਜਿਹੜੀ ਆ ਉਹਨਾਂ ਨੂੰ ਬਚਪਨ ਵਿੱਚ ਹੀ ਹੋ ਗਈ। ਇਹ ਸੋਈਏ ਮੱਲੇ ਪੰਜਵੇਂ ਕੇ 1407 ਅੰਕ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬੋਲ ਜਿਹੜੇ ਹਨ ਇਹ ਸੁਭਾਇਮਾਨ ਹਨ। ਆਪ ਗੁਰੂ ਅਰਜਨ ਦੇਵ ਜੀ ਜਨਮ ਤੋਂ ਹੀ ਰੱਬ ਨਾਲ ਜੁੜੇ ਹੋਏ ਸਨ। ਪ੍ਰਸ਼ਨ ਪੈਦਾ ਹੁੰਦਾ ਹੈ, ਕੋਈ ਜੰਮਦਿਆਂ ਹੀ ਬ੍ਰਹਮ ਗਿਆਨੀ ਕਿਵੇਂ ਹੋ ਸਕਦਾ ਹੈ? ਭੱਟਾ ਨੇ ਲਿਖਿਆ ਹੈ ਕਿ ਉਹ ਵੀ ਗੁਰੂ ਅਰਜਨ ਸਾਹਿਬ ਬਾਰੇ ਗੱਲ ਤਾਂ ਹੋ ਨਹੀਂ ਸਕਦਾ। ਪ੍ਰੋਫੈਸਰ ਪੂਰਨ ਸਿੰਘ ਜੀ ਆਪਣੀ ਪੁਸਤਕ ਸਿੱਖੀ ਦੀ ਆਤਮਾ ਵਿੱਚ ਲਿਖਦੇ ਹਨ ਕਿ ਰੱਬੀ ਅਥਵਾ ਅਧਿਆਤਮਕ ਅਨੁਭਵ ਦਾ ਬੋਧ ਸਾਨੂੰ ਵਿਭਿੰਨ ਮਨੁੱਖੀ ਅਨੁਭਵਾਂ ਦੇ ਰੂਪ ਵਿੱਚ ਹੁੰਦਾ ਹੈ। ਮਾਂ ਦਾ ਆਪਣੇ ਬੱਚੇ ਨਾਲ ਪਿਆਰ, ਦੰਪਤੀ ਜੀਵਨ ਦੇ ਪਤੀ ਪਤਨੀ ਦੇ ਮధుਰ ਸੰਬੰਧ, ਮਾਤਾ ਦੀ ਵਾਤਸ਼ਾਲਤਾ, ਪਿਆਰ, ਪ੍ਰੇਮੀਆਂ ਦਾ ਸੰਪੂਰਨ ਆਤਮ ਸਮਰਪਣ ਤੇ ਆਤਮਿਕ ਤੌਰ ਤੇ ਇਕਸੁਰਤਾ ਵਰਗੇ ਅਨੁਭਵ ਨੂੰ ਅਧਿਆਤਮਕ ਯਾਤਰਾ ਦਾ ਪ੍ਰਥਮ ਪੜਾਅ, ਫਸਟ ਸਟੈਪ ਮੰਨਿਆ ਜਾਂਦਾ ਹੈ। ਅਜੋਕੀ ਸਾਇੰਸ ਵੀ ਕਹਿੰਦੀ ਹੈ ਕਿ ਮਨੁੱਖ ਮਾਹੌਲ ਦਾ ਪੁਤਲਾ ਹੈ। ਜਿਸ ਤਰ੍ਹਾਂ ਦਾ ਮਾਹੌਲ ਮਿਲੇਗਾ ਉਸ ਤਰ੍ਹਾਂ ਦੀ ਹੀ ਉਹਦੀ ਘਾੜਤ ਹੋਏਗੀ। ਉਸ ਨੂੰ ਜਿਹੋ ਜਿਹਾ ਮਾਹੌਲ ਮਿਲੇਗਾ ਤਾਂ ਉਸ ਤਰ੍ਹਾਂ ਹੀ ਉਹਦਾ ਜੀਵਨ ਬਣੇਗਾ। ਸੋ ਬੱਚਾ ਜੰਮਦਿਆਂ ਹੀ ਬ੍ਰਹਮ ਗਿਆਨੀ ਹੋ ਸਕਦਾ ਹੈ ਜੇ ਉਸ ਨੂੰ ਜਨਮ ਤੋਂ ਪਹਿਲੇ ਅਤੇ ਬਾਅਦ ਵਿੱਚ ਪ੍ਰੇਮ, ਕਰੁਣਾ, ਦਰਦ, ਸੇਵਾ, ਉਪਕਾਰ, ਸੰਤੋਖ, ਦਇਆ ਆਦਿ ਦੇ ਸਦਗੁਣਾਂ ਵਾਲਾ ਮਾਹੌਲ ਮਿਲੇ। ਗੁਰਬਾਣੀ ਕਹਿੰਦੀ ਹੈ ਕਿ ਇਹ ਮਾਂ ਦੇ ਵੱਸ ਵਿੱਚ ਹੈ ਕਿ ਉਸਨੇ ਚੋਰ ਪੈਦਾ ਕਰਨਾ ਹੈ ਕਿ ਸਾਧ ਦੁਰਾਚਾਰੀ ਪੈਦਾ ਕਰਨਾ ਹੈ ਕਿ ਸਦਾਚਾਰੀ। ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਫਰਮਾਉਂਦੇ ਹਨ ਕਿ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ, ਵਿਸਰਿਆ ਜਿਨ ਨਾਮ ਤੇ ਪੋਏ ਭਾਰ ਥੀਏ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਸਾਨੂੰ ਇਸ ਗੱਲ ਵੱਲ ਪ੍ਰੇਰਦੀਆਂ ਹਨ ਕਿ ਮਾਂ ਦਾ ਬੱਚੇ ਦੇ ਕਰੈਕਟਰ ਕਰਨ ਵਿੱਚ, ਉਸ ਦੇ ਅੰਦਰ ਗੁਰਮਤ ਦ੍ਰਿੜ ਕਰਾਉਣ ਵਿੱਚ ਬੜਾ ਵੱਡਾ ਜਿਹੜਾ ਹੈ ਉਹ ਰੋਲ ਹੈ। ਤੇ ਜੇ ਉਹ ਇਹੋ ਜਿਹੀਆਂ ਚੰਗੀਆਂ ਗੱਲਾਂ ਅਗਰ ਉਸ ਮਾਂ ਦੇ ਹਿਰਦੇ ਦੇ ਅੰਦਰ ਅੰਮ੍ਰਿਤਮਈ ਝਰਨੇ ਚੱਲਦੇ ਹਨ ਤੇ ਉਹ ਆਪਣੇ ਬੱਚਿਆਂ ਨੂੰ ਵੀ ਉਸੇ ਦੀ ਲਾਗ ਲਗਾ ਸਕਦੀ ਹੈ। ਲਗਭਗ ਸਾਰੀ ਬਾਣੀ ਵਿੱਚ, ਚਾਹੇ ਉਹ ਕਿਸੇ ਭਗਤ ਦੀ ਹੈ, ਚਾਹੇ ਸੂਫੀ ਫਕੀਰ ਦੀ ਹੈ, ਤੇ ਚਾਹੇ ਗੁਰੂ ਸਾਹਿਬਾਨ ਦੀ, ਨਿਸ਼ਾਨਾ ਮਾਂ ਹੈ, ਪਿਤਾ ਨਹੀਂ। ਕਾਰਨ ਇਹ ਹੈ ਕਿ ਇਸਤਰੀ ਪ੍ਰਕਿਰਤਿਕ ਵਾਂਗ ਹੈ, ਉਹ ਨਿਰਮਾਤਰੀ ਹੈ ਤੇ ਸੰਚਾਲਕ ਵੀ। ਜਿਵੇਂ ਪ੍ਰਕਿਰਤੀ ਬਹੁਤ ਵਾਰ ਰੱਖਿਅਕ ਹੈ ਪਰ ਕਦੇ ਭਖਿਅਕ ਵੀ ਬਣ ਜਾਂਦੀ ਹੈ, ਤਿਵੇਂ ਹੀ ਇਸਤਰੀ ਆਪਣੇ ਗੁਨਾਹ ਕਰਕੇ ਕਲਿਆਣਕਾਰੀ ਹੈ ਪਰ ਗੁਣਹੀਨ ਹੋਣ ਕਰਕੇ ਪਰਿਵਾਰ, ਸਮਾਜ ਤੇ ਸੰਸਾਰ ਨੂੰ ਡੋਬ ਵੀ ਦਿੰਦੀ ਹੈ। ਉਸ ਇਸਤਰੀ ਦੇ ਵਾਸੀ ਹੀ ਹੈ ਕਿ ਉਸਨੇ ਪਰਿਵਾਰ ਨੂੰ ਕਿਹੋ ਜਿਹਾ ਬਣਾਉਣਾ ਹੈ। ਮਾਂ ਬੱਚੇ ਦੀ ਪਹਿਲੀ ਪਾਠਸ਼ਾਲਾ ਵੀ ਹੈ ਤੇ ਪਹਿਲਾ ਅਧਿਆਪਕ ਵੀ। ਜਿਵੇਂ ਮਿੱਟੀ ਦਾ ਢੇਰ ਇੱਕ ਘੁਮਿਆਰ ਦੇ ਨਿਪੁੰਨ ਹੱਥਾਂ ਵਿੱਚ ਜਾ ਕੇ ਸੁੰਦਰ ਬਰਤਨ ਦਾ ਆਕਾਰ ਧਾਰਨ ਕਰਦਾ ਹੈ, ਤਿਵੇਂ ਹੀ ਇਹ ਸੁਘੜ ਮਾਂ ਆਪਣੀ ਕਾਰੀਗਰੀ ਨਾਲ ਸੁੰਦਰ ਵਿਅਕਤਿਤਵ ਦੀ ਘਾੜਤ ਕੱਢਦੀ ਹੈ, ਕਰੈਕਟਰ ਦੀ ਘਾੜਤ ਕੱਢਦੀ ਹੈ। ਬੱਚੇ ਦੇ ਸੰਪੂਰਨ ਵਿਕਾਸ ਲਈ ਸਰੀਰਕ, ਬੌਧਿਕ, ਆਤਮਿਕ ਅਤੇ ਕਲਾਤਮਕ ਵਿਕਾਸ ਦੀ ਸਿੱਖਿਆ ਵੀ ਜ਼ਰੂਰੀ ਹੈ। ਬੌਧਿਕ ਵਿਕਾਸ ਲਈ ਬੱਚੇ ਸਕੂਲ ਜਾਂ ਕਾਲਜ ਭੇਜੇ ਜਾਂਦੇ ਹਨ। ਬਾਕੀ ਤਿੰਨੋਂ ਤਰ੍ਹਾਂ ਦੇ ਵਿਕਾਸ ਲਈ ਢੁਕਵਾਂ ਸਥਾਨ ਘਰ ਹੀ ਹੈ। ਘਰ ਪਰਿਵਾਰ ਨੂੰ ਬੱਚੇ ਦੀ ਵਧੀਆ ਪਾਠਸ਼ਾਲਾ ਬਣਾਉਣ ਲਈ ਜ਼ਰੂਰੀ ਹੈ ਕਿ ਮਾਤਾ ਪਿਤਾ ਦੋ ਹੁੰਦਿਆਂ ਹੋਇਆਂ ਵੀ ਇੱਕ ਜੋਤ ਹੀ ਜਾਪਣ, ਇੱਕ ਸੁਰਤਾ ਵਾਲਾ ਜੀਵਨ ਜਿਉਣ। ਅਜਿਹੇ ਰਿਸ਼ਤੇ ਵਿੱਚ ਪੈਦਾ ਹੋਈ ਸੰਤਾਨ ਸਤਿਗੁਰਾਂ ਦੇ ਆਦਰਸ਼ਾਂ ਤੇ ਚੱਲਣ ਵਾਲੀ ਹੋਏਗੀ। ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨ ਗੁਰਮੁਖ ਨਾਮ ਤੇ ਆਇਆ। ਸ੍ਰੀ ਰਾਗ ਛੰਦ ਮਹਿਲਾ ਪੰਜਵਾਂ ਅੰਕ 79। ਸਤਿਗੁਰ ਜੀ ਦਾ ਵਿਰਸਾ ਸੰਭਾਲਣ ਵਾਲੀ ਨਵੀਂ ਪੀੜੀ ਪੈਦਾ ਕਰਨ ਲਈ ਮਾਂ ਬਾਪ ਦਾ ਆਪ ਅਧਿਆਤਮਕ ਕਦਰਾਂ ਕੀਮਤਾਂ ਦਾ ਧਾਰਨੀ ਹੋਣਾ ਲੋੜੀਂਦਾ ਹੈ। ਮਾਂ ਬਾਪ ਵਿੱਚ ਵੀ ਮਾਂ ਦੀ ਜ਼ਿੰਮੇਵਾਰੀ ਵਧੇਰੀ ਹੈ, ਕਿਉਂਕਿ ਮਾਂ ਜੀਵਨ ਨੂੰ ਸੰਚਾਲਿਤ ਕਰਨ ਵਾਲਾ ਧੁਰਾ ਹੈ, ਸੈਂਟਰਲ ਪੁਆਇੰਟ ਹੈ, ਸੈਂਟਰਲ ਐਕਸਲ ਹੈ। ਧੁਰਾ ਠੀਕ ਹੋਵੇਗਾ ਤਾਂ ਜੀਵਨ ਦਾ ਸੰਚਾਲਨ ਵੀ ਠੀਕ ਹੋਵੇਗਾ, ਨਹੀਂ ਤਾਂ ਅਸੰਤੁਲਨ ਸੁਭਾਵਕ ਹੈ। ਅਸੰਤੁਲਨ ਵਿੱਚ ਹੀ ਉਤਪੰਨ ਹੁੰਦੀਆਂ ਹਨ ਜੀਵਨ ਦੀਆਂ ਬੇਨਿਯਮੀਆਂ। ਅੱਜ ਸਮਾਜ ਵਿੱਚ ਨਜ਼ਰ ਆਉਂਦੀਆਂ
ਬੇਨਿਯਮੀਆਂ ਪਿੱਛੋਂ ਇੱਕ ਵੱਡਾ ਕਾਰਨ ਇਹ ਹੈ ਕਿ ਇਸਤਰੀ ਰੂਪੀ ਧੁਰਾ ਸੰਤੁਲਿਤ ਨਹੀਂ ਰਿਹਾ, ਜਿਸ ਕਾਰਨ ਘਰ ਵਿੱਚੋਂ ਪਰਿਵਾਰ ਵਿੱਚੋਂ ਦੇਵੀ ਤੇ ਨੈਤਿਕ ਗੁਣ ਉਡਾਰੀ ਮਾਰ ਗਏ ਹਨ। ਅਧਰਮ ਵਸ ਗਿਆ ਹੈ। ਘਰ ਇੱਕ ਧਾਰਮਿਕ ਅਸਥਾਨ ਸੀ ਜਿੱਥੇ ਵਸਣ ਵਾਲੇ ਹਰ ਇੱਕ ਵਿਅਕਤੀ ਦਾ ਜੀਵਨ ਇੱਕ ਪੁਜਾਰੀ ਵਾਲਾ ਜੀਵਨ ਸੀ। ਧਾਰਮਿਕ ਸਥਾਨਾਂ ਵਿੱਚ ਪੁਜਾਰੀ ਹੀ ਪੈਦਾ ਹੋਣਗੇ, ਦੁਰਾਚਾਰੀ ਨਹੀਂ। ਪਰ ਜਦੋਂ ਮਨੁੱਖ ਦੀ ਜ਼ਿੰਦਗੀ ਹੀ ਭ੍ਰਿਸ਼ਟ ਹੋ ਜਾਵੇ ਤਾਂ ਭ੍ਰਿਸ਼ਟ ਜ਼ਿੰਦਗੀ ਵਿੱਚੋਂ ਥੀਏਟਰ ਹੀ ਨਿਕਲਣਗੇ, ਕਲੱਬ ਹੀ ਨਿਕਲਣਗੇ, ਡਿਸਕੋ ਹੀ ਨਿਕਲਣਗੇ ਔਰ ਧਰਮਸ਼ਾਲਾ ਨਹੀਂ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਧਰਮ ਦਾ ਪ੍ਰਚਾਰ ਹੋਵੇ, ਗੁਰਮਤਿ ਦਾ ਪ੍ਰਕਾਸ਼ ਹੋਵੇ, ਤਾਂ ਸਾਨੂੰ ਆਪਣੇ ਘਰਾਂ ਵਿੱਚ ਧਰਮਸ਼ਾਲਾ ਬਣਾਉਣਾ ਪਏਗਾ। ਘਰਾਂ ਨੂੰ ਜਿਵੇਂ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਫਰਮਾਇਆ, ਘਰ ਘਰ ਅੰਦਰ ਧਰਮਸ਼ਾਲ, ਘਰ ਘਰ ਅੰਦਰ ਧਰਮਸ਼ਾਲ, ਜਿੱਥੇ ਧਰਮ ਦੀ ਸਿਖਲਾਈ ਹੋਵੇ ਔਰ ਮਾਂ ਉੱਥੇ ਪਾਂਧੀ ਹੋਵੇ, ਮਾਂ ਉੱਥੇ ਦੀ ਟੀਚਰ ਹੋਏ, ਤੇ ਫਿਰ ਇਸ ਘਰ ਦੇ ਅੰਦਰ ਹੀ ਜੋ ਇੱਕ ਪ੍ਰਚਾਰਕ ਸਥਾਨ ਜਿਹੜਾ ਹੈ ਕੇਂਦਰ ਬਣ ਸਕਦਾ ਹੈ। ਗੁਰਮਤਿ ਅਨੁਸਾਰ ਘਰ ਪਰਿਵਾਰ ਵਿੱਚ ਹੀ ਧਰਮ ਦਾ ਜੈਕਾਰਾ ਬੁਲਾਉਣਾ ਪਏਗਾ। ਗੁਰਮਤਿ ਅਨੁਸਾਰ ਮਾਹੌਲ ਦੇ ਕੇ ਮੁੱਢ ਤੋਂ ਹੀ ਬੱਚਿਆਂ ਨੂੰ ਗੁਰਬਾਣੀ, ਇਤਿਹਾਸ ਅਤੇ ਵਡਮੁੱਲੇ ਵਿਰਸੇ ਬਾਰੇ ਜਾਣਕਾਰੀ ਦੇਣੀ ਪਏਗੀ। ਅਸੀਂ ਆਪ ਸਿੱਖਿਅਤ ਹੋਈਏ, ਪ੍ਰਗਤੀਸ਼ੀਲ ਹੋਈਏ, ਸਮਾਜ ਨਿਰਮਾਣ ਦੀਆਂ ਸਾਰੀਆਂ ਯੋਜਨਾਵਾਂ ਵਿੱਚ ਗਤੀਸ਼ੀਲ ਹੋਈਏ, ਪਰ ਧੁਰੇ ਤੋਂ ਟਿਕ ਕੇ, ਧੁਰੇ ਤੋਂ ਵਿਛੜ ਕੇ ਨਹੀਂ, ਧੁਰੇ ਤੋਂ ਭਟਕ ਕੇ ਨਹੀਂ, ਧੁਰੇ ਨਾਲ ਟੁੱਟ ਕੇ ਇੱਕ ਗੁਰਸਿੱਖ ਪਰਿਵਾਰ ਦੀ ਹੋਂਦ ਸੰਭਵ ਨਹੀਂ। ਪਰਿਵਾਰ ਮਿਲ ਕੇ ਹੀ ਸਮਾਜ ਬਣਦਾ ਹੈ। ਸੋ ਜੇ ਅਸੀਂ ਗੁਰਬਾਣੀ ਆਧਾਰਿਤ ਕਦਰਾਂ ਕੀਮਤਾਂ ਨਾਲ ਲੈਸ ਹੋ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਹਿੱਤ ਸੱਚਮੁੱਚ ਹੀ ਪ੍ਰਤੀਬੱਧ ਹਾਂ, ਤਾਂ ਸਾਨੂੰ ਆਪਣੇ ਪਰਿਵਾਰਾਂ ਵਿੱਚ ਗੁਰੂ ਸੰਦੇਸ਼ਾਂ ਨੂੰ ਅਮਲ ਵਿੱਚ ਲਿਆਉਣ ਲਈ ਯਤਨਸ਼ੀਲ ਹੋਣਾ ਪਵੇਗਾ ਅਤੇ ਬੱਚਿਆਂ ਨੂੰ ਕੌਮ ਦਾ ਸਰਮਾਇਆ ਸਮਝ ਕੇ ਉਹਨਾਂ ਦੀ ਹਰ ਪੱਖੋਂ ਸੁਚੱਜੀ ਅਗਵਾਈ ਕਰਨੀ ਪਏਗੀ। ਇਹ ਠੀਕ ਹੈ ਕਿ ਅਜੋਕੇ ਸਮੇਂ ਅੰਦਰ ਕੰਪੀਟੀਸ਼ਨ ਦਾ ਯੁੱਗ ਹੈ, ਪਰ ਹਰ ਬੱਚੇ ਜਿਹੜੇ ਹਨ ਉਹ ਆਪਣੇ ਪ੍ਰੋਫੈਸ਼ਨਲ ਕੈਰੀਅਰ ਵਾਲੇ ਪਾਸੇ ਜ਼ਿਆਦਾ ਜਿਹੜੇ ਹਨ ਉਹ ਉਹਨਾਂ ਦਾ ਰੁਝਾਨ ਹੁੰਦਾ ਹੈ। ਲੇਕਿਨ ਅਸੀਂ ਦੇਖੀਏ ਕਿ ਕਿਵੇਂ ਈਸਾਈ ਧਰਮ ਵਾਲਿਆਂ ਨੇ ਡਾਕਟਰ ਵੀ ਬਣਾਏ ਹਨ, ਇੰਜੀਨੀਅਰ ਵੀ ਬਣਾਏ ਹਨ, ਹੋਰ ਪ੍ਰੋਫੈਸ਼ਨਲ ਵੀ ਬਣਾਏ ਹਨ, ਲੇਕਿਨ ਉਹਨਾਂ ਦੇ ਅੰਦਰ ਈਸਾਈਅਤ ਜਿਹੜੀ ਹੈ ਉਹ ਕੁੱਟ-ਕੁੱਟ ਕੇ ਭਰੀ ਹੋਈ ਹੈ। ਤਾਂ ਇਹੀ ਸਿੱਖੀ ਵਾਸਤੇ ਵੀ ਹੈ ਕਿ ਅਸੀਂ ਵੀ ਚੰਗੇ ਡਾਕਟਰ, ਚੰਗੇ ਇੰਜੀਨੀਅਰ, ਚੰਗੇ ਪ੍ਰੋਫੈਸ਼ਨਲਸ ਬਣਾਈਏ, ਲੇਕਿਨ ਉਹ ਪਹਿਲਾਂ ਉਸ ਸੱਜੇ ਗੁਰਸਿੱਖ ਹੋਣਗੇ, ਤੇ ਜੇ ਉਹ ਗੁਰਸਿੱਖ ਹੋਣਗੇ ਤੇ ਉਹ ਗੁਰਸਿੱਖੀ ਨੂੰ ਅੱਗੇ ਵੀ ਵਧਾਉਣਗੇ ਆਪਣੇ ਪਰਿਵਾਰ ਵਿੱਚ, ਫਿਰ ਉਹਨਾਂ ਦੇ ਬੱਚੇ ਆਪਣੇ ਪਰਿਵਾਰ ਵਿੱਚ। ਤਾਂ ਇਸ ਤਰ੍ਹਾਂ ਸਿੱਖੀ ਦੀ ਜਿਹੜੀ ਹੈ ਉਹ ਡਿਵੈਲਪਮੈਂਟ ਜਿਹੜੀ ਹੈ, ਪ੍ਰਗਤੀ ਹੈ, ਉਹ ਨਿਰੰਤਰ ਜਾਰੀ ਰਹੇਗੀ। ਤਾਂ ਆਓ ਹੁਣ ਅਸੀਂ ਇਹ ਦੋ ਚੀਜ਼ਾਂ ਦੇਖ ਲਈਆਂ ਕਿ ਮਾਂ ਆਪਣੇ ਪਰਿਵਾਰ ਵਿੱਚ ਹੀ ਸਿੱਖੀ ਦਾ ਕੇਂਦਰ ਸਥਾਪਿਤ ਕਰ ਸਕਦੀ ਹੈ ਔਰ ਆਪ ਹੀ ਉਸ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਗੁੜਤੀ ਦੇ ਸਕਦੀ ਹੈ। ਪਰਿਵਾਰ ਵਿੱਚ ਸੁਖ ਸ਼ਾਂਤੀ ਰੱਖਣ ਲਈ ਮਾਂ, ਪਤਨੀ, ਭੈਣ ਅਤੇ ਨੂੰਹ ਦਾ ਗੁਰਮਤਿ ਵਿੱਚ ਕੀ ਰੋਲ ਹੋਵੇ, ਇੱਕ ਬੜਾ ਇੰਪੋਰਟੈਂਟ ਵਿਸ਼ਾ ਹੈ। ਤਾਂ ਮੈਂ ਬੇਨਤੀ ਕਰਾਂਗਾ ਕਿ ਇਸ ਵਿਸ਼ੇ ਵੱਲ ਵੀ ਆਪ ਸਾਰੇ ਬੜਾ ਧਿਆਨ ਦਿਓ ਔਰ ਪੁਆਇੰਟਸ ਨੋਟ ਕਰੋ, ਤਾਂ ਕਿ ਇਹ ਸਾਡੇ ਅੱਗੋਂ ਕੰਮ ਆਉਣ ਵਾਲੇ ਹਨ। ਕੌਣ ਹੈ ਜੋ ਅੱਜ ਦੇ ਆਧੁਨਿਕ ਯੁੱਗ ਵਿੱਚ ਸੁਖ, ਆਰਾਮ ਅਤੇ ਸ਼ਾਂਤੀ ਨਹੀਂ ਚਾਹੁੰਦਾ? ਇਹ ਗੱਲ ਵੱਖਰੀ ਹੈ ਕਿ ਅੱਜ ਦਾ ਇਨਸਾਨ ਸੁਖ, ਆਰਾਮ, ਸ਼ਾਂਤੀ ਪੈਸੇ ਨਾਲ ਖਰੀਦਣਾ ਚਾਹੁੰਦਾ ਹੈ ਅਤੇ ਇਸੇ ਕਾਰਨ ਇਨਸਾਨ ਪੈਸੇ ਦੀ ਦੌੜ ਮਗਰ ਪਿਆ ਗਿਆ ਹੈ, ਦੌੜ ਦੇ ਪਿੱਛੇ ਲੱਗਿਆ ਹੈ, ਦੌੜਦਾ ਪਿਆ ਹੈ। ਮੇਰੇ ਵਿਚਾਰ ਅਨੁਸਾਰ ਅੱਜ ਦੀ ਇਸਤਰੀ ਸਬਰ, ਸੰਤੋਖ ਵਿੱਚ ਯਕੀਨ ਰੱਖ ਲਵੇ। ਜਿਵੇਂ ਗੁਰੂ ਪਾਤਸ਼ਾਹ ਫਰਮਾਉਂਦੇ ਹਨ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਤੇ ਸਭ ਕਾਜੈ। ਅੰਕ 279 ਸ੍ਰੀ ਗੁਰੂ ਗ੍ਰੰਥ ਸਾਹਿਬ। ਜਿਸ ਦਿਨ ਇਸ ਗੱਲ ਦੀ ਸੋਝੀ ਅੱਜ ਦੀ ਇਸਤਰੀ ਨੂੰ ਆ ਜਾਵੇਗੀ ਤਾਂ ਆਪਣੇ ਪਰਿਵਾਰ, ਬੱਚਿਆਂ ਨੂੰ ਵੀ ਸਬਰ ਦੀ ਜ਼ਿੰਦਗੀ ਬਤੀਤ ਕਰਨੀ ਸਿਖਾ ਦੇਵੇਗੀ। ਆਮ ਪੰਜਾਬੀ ਵਿੱਚ ਅਖਾਣ ਹੈ, ਜਿਹੜੀ ਜਿਸ ਤਰ੍ਹਾਂ ਦੀ ਕੁੱਖੋਂ ਤੇ ਬੱਚੇ, ਉਸ ਤਰ੍ਹਾਂ ਦੇ ਹੀ ਬੱਚੇ ਹੋਣਗੇ ਜਿਸ ਤਰ੍ਹਾਂ ਦੀ ਮਾਂ ਹੋਏਗੀ। ਸਿੱਖ ਪੰਥ ਨੂੰ ਤਾਂ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਔਰਤ ਨੂੰ ਬੇਹੱਦ ਯੋਗਦਾਨ ਪਾਇਆ ਹੈ। ਔਰਤਾਂ ਨੇ ਪਿਛਲੇ ਸਮੇਂ ਅੰਦਰ ਵੀ, ਜਿਵੇਂ ਅਸੀਂ ਵਿਚਾਰ ਕਰ ਚੁੱਕੇ ਹਾਂ, ਕਿ ਬਹੁਤ ਯੋਗਦਾਨ ਪਾਇਆ ਹੈ। ਕਿਸੇ ਨੇ ਭੈਣ ਦੇ ਰਿਸ਼ਤੇ ਵਿੱਚ, ਕਿਸੇ ਨੇ ਮਾਂ ਦੇ ਰਿਸ਼ਤੇ ਵਿੱਚ, ਕਿਸੇ ਨੇ ਪਤਨੀ ਦੇ ਰਿਸ਼ਤੇ ਵਿੱਚ ਅਤੇ ਕਿਸੇ ਨੇ ਨੂੰਹ ਦੇ ਰਿਸ਼ਤੇ ਵਿੱਚ।
ਸਿੱਖ ਪੰਥ ਦੀ ਪਹਿਲੀ ਬੀਬੀ ਬੇਬੇ ਨਾਨਕੀ, ਜਿਸ ਨੂੰ ਸਾਰੇ ਪੰਥ ਦੀ ਭੈਣ ਹੋਣ ਦਾ ਮਾਣ ਪ੍ਰਾਪਤ ਹੋਇਆ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸਨ, ਜਿਸ ਨੇ ਗੁਰੂ ਨਾਨਕ ਦੇਵ ਜੀ ਅੰਦਰ ਜਾਗਦੀ ਜੋਤ ਨੂੰ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਅਤੇ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਮੇਰਾ ਵੀਰ ਕੋਈ ਐਰਾ ਗੈਰਾ ਨਹੀਂ, ਇਹ ਤਾਂ ਨਿਰੰਕਾਰ ਵੱਲੋਂ ਭੇਜੀ ਹੋਈ ਦੁਨੀਆ ਨੂੰ ਰੋਸ਼ਨੀ ਦੇਣ ਵਾਲੀ ਜੋਤ ਹੈ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਉਦਾਰ ਕਰਨ ਲਈ ਉਦਾਸੀਆਂ ਲਈ ਨਿਕਲੇ ਤਾਂ ਭੈਣ ਨਾਨਕੀ ਹੀ ਸੀ ਜਿਸ ਨੇ ਗੁਰੂ ਜੀ ਦੀ ਪਤਨੀ ਮਾਤਾ ਸੁਲੱਖਣੀ ਜੀ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਕੇ ਗੁਰੂ ਸਾਹਿਬ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਦੂਰ ਰੱਖ ਕੇ ਸੁਰਖਰੂ ਕੀਤਾ। ਬੇਬੇ ਨਾਨਕੀ ਜੀ ਨੂੰ ਵੀਰ ਨਾਨਕ ਦੀ ਭੈਣ ਹੋਣ ਦਾ ਮਾਣ ਉਹਨਾਂ ਦੇ ਪਤੀ ਜੈ ਰਾਮ ਜੀ ਵੱਲੋਂ ਹੀ ਵਡਿਆ ਕੇ ਕੀਤਾ ਗਿਆ। हे ਪਤਨੀ, ਤੂੰ ਧਨ ਹੈ ਤੇਰਾ ਵੀਰ, ਤੇ ਕੁਝ ਧਨਤਾ ਦੇ ਯੋਗ ਅਸੀਂ ਵੀ ਹਾਂ ਜੋ ਤੇਰੇ ਵਰਗੇ ਨੇਕ ਜਨ ਇਸਤਰੀ ਨਾਲ ਸਾਡਾ ਸੰਯੋਗ ਬਣਿਆ ਹੈ। ਇਹ ਜਿਹੜੇ ਲਫ਼ਜ਼ ਹਨ, ਇਹ ਬਚਨ ਜਿਹੜੇ ਹਨ, ਉਹ ਭਾਈਆ ਜੈ ਰਾਮ ਜੀ ਦੇ ਹਨ, ਜੋ ਬੇਬੇ ਨਾਨਕੀ ਜੀ ਦੇ ਪਤੀ ਸਨ। ਵੀਰ ਨਾਨਕ ਨੂੰ ਰਬਾਬ ਭੇਟ ਕਰਕੇ ਬੇਬੇ ਨਾਨਕੀ ਸਾਰੇ ਸਿੱਖ ਪੰਥ ਦੀ ਭੈਣ ਅਖਵਾਈ। ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਸੰਸਥਾ ਦੀ ਪਹਿਲੀ ਸੰਚਾਲਕ ਬਣੀ। ਘਿਓ ਵਾਲੀ ਖੀਰ ਵਰਤਾ ਮਾਤਾ ਸੰਘਣੇ ਪੱਤਿਆਂ ਵਾਲੇ ਦਰਖਤ ਦੀ ਛਾਂ ਬਣੀ। ਸਾਰੀ ਸੰਗਤ ਲਈ ਅਤੇ ਆਪਣਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਾਉਣ ਦੀ ਵੀ ਹੱਕਦਾਰ ਬਣੀ। ਵਰਤਮਾਨ ਸਮੇਂ ਵਿੱਚ ਵੀ ਖਡੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਘਿਓ ਵਾਲੀ ਖੀਰ ਵਰਤਾਈ ਜਾਂਦੀ ਹੈ। ਹੁਣ ਵੀ ਮਾਤਾ ਖੀਵੀ ਜੀ ਦੀ ਕਾਲ ਕਮਾਈ ਬਾਰੇ ਗੁਰੂ ਘਰ ਦੇ ਰਬਾਬੀ ਬਲਵੰਡ ਜੀ ਨੇ ਇਸ ਤਰ੍ਹਾਂ ਫਰਮਾਇਆ ਹੈ। ਰਾਮਕਲੀ ਕੀ ਵਾਰ ਅੰਕ 967 ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਸਿੱਖ ਪੰਥ ਦੀ ਪਹਿਲੀ ਪ੍ਰਚਾਰਕ ਬੀਬੀ ਅਮਰੋ ਨੂੰ ਮਾਂ ਖੀਵੀ ਨੇ ਗੁਰਬਾਣੀ ਦੀ ਐਸੀ ਗੁੜਤੀ ਦਿੱਤੀ ਕਿ ਉਹਨਾਂ ਨੂੰ ਨੂੰਹ ਦੇ ਰਿਸ਼ਤੇ ਨਾਲ ਸਹੁਰੇ ਘਰ ਵਿੱਚ ਬਾਣੀ ਦਾ ਐਸਾ ਹੀ ਬੀਜ ਦਿੱਤਾ ਕਿ ਅਗਾਂਹ ਜਾ ਕੇ ਗੁਰੂ ਪਦਵੀ ਨੂੰ ਪ੍ਰਾਪਤ ਹੋਇਆ। ਮਾਤਾ ਭਾਨੀ ਜੀ ਨੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਅਜਿਹੀ ਅਸੀਸ ਦਿੱਤੀ ਕਿ ਤਤੀ ਤਵੀ ਉੱਪਰ ਬੈਠ ਕੇ ਵੀ ਸੀ ਨਹੀਂ ਕੀਤੀ। ਸਮਰਪਣ ਭਾਵ ਅਤੇ ਤਿਆਗ ਦੀ ਮੂਰਤੀ ਹੋਣ ਕਾਰਨ ਮਾਤਾ ਸਾਹਿਬ ਕੌਰ ਜੀ ਨੇ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਮਿਲਿਆ। ਸਿੱਖ ਇਸਤਰੀਆਂ ਵਿੱਚ ਪਹਿਲੀ ਸ਼ਹੀਦ ਸਿੱਖ ਇਸਤਰੀ ਮਾਤਾ ਗੁਜਰੀ ਜੀ ਹੀ ਹਨ, ਜਿਨ੍ਹਾਂ ਨੇ ਮਾਂ, ਪਤਨੀ ਅਤੇ ਦਾਦੀ ਦੇ ਰਿਸ਼ਤੇ ਵਿੱਚ ਸਿੱਖ ਪੰਥ ਦੀ ਅਗਵਾਈ ਕੀਤੀ। ਇਹ ਮਾਤਾ ਗੁਜਰ ਕੌਰ ਜੀ, ਹਾਲੇ ਵੀ ਇਤਿਹਾਸਕਾਰ ਇਹਨਾਂ ਨੂੰ ਮਾਤਾ ਗੁਜਰੀ ਕਹਿ ਰਹੇ ਹਨ, ਲੇਕਿਨ ਇਹਨਾਂ ਦਾ ਨਾਮ ਮਾਤਾ ਗੁਜਰ ਕੌਰ ਜੀ ਹੈ। ਇਹ ਜੋ ਗੁਰ ਪਰਿਵਾਰ ਹੈ, ਉਹਨਾਂ ਵਿੱਚੋਂ ਪਹਿਲੇ ਜਿਹੜੇ ਹਨ ਉਹ ਸ਼ਹੀਦ ਬੀਬੀ ਹਨ। ਧਰਮ ਅਤੇ ਕੌਮ ਖਾਤਰ ਸਾਰਾ ਸਬੰਧ ਸਵਾਰ ਦਿੱਤਾ। ਮਾਤਾ ਸੁੰਦਰ ਕੌਰ ਜੀ ਨੇ ਪੰਥ ਨੂੰ ਦੋ ਫਾੜ ਹੋਣ ਤੋਂ ਬਚਾ ਕੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਜੇਕਰ ਮਾਤਾ ਭਾਗ ਕੌਰ ਜੀ ਗੁਰੂ ਸਾਹਿਬ ਜੀ ਤੋਂ ਵਿਛੜ ਕੇ ਆਏ ਸਿੰਘਾਂ ਨੂੰ ਪ੍ਰੇਰਨਾ ਨਾ ਦਿੰਦੀਆਂ ਤਾਂ ਅੱਜ ਸਿੱਖ ਪੰਥ ਦਾ ਇਤਿਹਾਸ ਹੀ ਹੋਰ ਹੁੰਦਾ। ਆਓ ਆਪਾਂ ਹੁਣ ਵਿਚਾਰੀਏ ਕਿ ਅੱਜ ਸਿੱਖ ਪਰਿਵਾਰਾਂ ਵਿੱਚ ਬੀਬੀਆਂ ਕਿਵੇਂ ਤੇ ਕਿੰਨਾ ਯੋਗਦਾਨ ਪਾ ਰਹੀਆਂ ਹਨ। ਪਰਿਵਾਰਾਂ ਨੂੰ ਖੁਸ਼ਹਾਲ ਅਤੇ ਸ਼ਾਂਤੀ ਵਿੱਚ ਰੱਖਣ ਦਾ ਸਭ ਤੋਂ ਵੱਧ ਰੋਲ ਮਾਂ ਅਤੇ ਪਤਨੀ ਦਾ ਹੁੰਦਾ ਹੈ, ਜਿਵੇਂ ਅਸੀਂ ਪਿੱਛੇ ਵਿਚਾਰ ਕਰਕੇ ਆਏ। ਤਾਂ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਮਾਂ ਦੇ ਜਿਹੜੀ ਹੈ ਔਰ ਪਤਨੀ ਦੇ ਕੰਧਿਆਂ ਦੇ ਉੱਪਰ ਹੁੰਦੀ ਹੈ। ਅੱਜ ਲੜਕੀਆਂ ਦਾ ਅਧਨੰਗਾ ਲਿਬਾਸ ਦੇਖ ਕੇ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਹਨ। ਪਹਿਲਾਂ ਤਾਂ ਮਾਂ ਇਹ ਸਮਝ ਕੇ ਆਪਣੀ ਬੇਟੀ ਨੂੰ ਪੁੱਠੇ ਸਿੱਧੇ ਕੱਪੜੇ ਪਵਾ ਦਿੰਦੀ ਹੈ ਕਿ ਅਜੇ ਬੱਚੀ ਹੈ, ਪਰ ਜਦੋਂ ਲੜਕੀ ਵੱਡੀ ਹੋ ਜਾਂਦੀ ਹੈ ਤਾਂ ਉਹ ਉਸ ਡਰੈਸ ਨੂੰ ਪਾਉਣਾ ਆਪਣਾ ਹੱਕ ਸਮਝਦੀ ਹੈ, ਕਿਉਂਕਿ ਉਸ ਨੇ ਜੋ ਬਚਪਨ ਵੀ ਦੇਖਿਆ ਤੇ ਪਹਿਨਿਆ ਹੈ ਉਸ ਵਿੱਚ ਢਲਣਾ ਚਾਹੁੰਦੀ ਹੈ। ਦੁਪੱਟਾ ਜਿਸ ਨੂੰ ਕਦੇ ਇਸਤਰੀ ਦੀ ਸਿਰ ਦੀ ਇੱਜ਼ਤ ਸਮਝਿਆ ਜਾਂਦਾ ਸੀ, ਅੱਜ ਸਿਰਾਂ ਤੇ ਤਾਂ ਕੀ ਗਲਾਂ ਵਿੱਚੋਂ ਵੀ ਗਾਇਬ ਹੋ ਗਿਆ। ਇੱਕ ਸੱਜੀ ਮਾਂ ਹੀ ਆਪਣੀ ਬੱਚੀ ਨੂੰ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਯਾਦ ਕਰਵਾ ਕੇ ਰਸੋਈ ਵਿਦਿਆ ਅਤੇ ਘਰ ਦੇ ਹੋਰ ਕਾਰਾਂ ਵਿੱਚ ਨਿਪੁੰਨ ਕਰਨ ਲਈ ਪ੍ਰੇਰ ਸਕਦੀ ਹੈ। ਇੱਕ ਚੰਗੀ ਮਾਂ ਹੀ ਬੇਟੀ ਨੂੰ ਬੱਤੀ ਸੁਲੱਖਣੀ
सच संतत पूत आग्याकारी सुगढ़ स्वरूप का जड़ा है असीस दे सकती है, जो गुरबाणी देवी 371 अंक के उपर विराजमान है। जो स्त्री आप गुणवंती पति सुलखणी होवेगी, परिवार नूं सही देण दे काबल होवेगी, वो घर धन होणगे। जिथे ऐसी स्त्री होवेगी, उत्थे सदा ही जन नानक सुख है सुख विहाए, कि उत्थे सदा ही सुख वसेगा। फिर रसोई विद्या की महत्ता दसी, जिमें पुरखे घर भगती नार है, अत लोचा भगती पाए, बहु रस सलाहने सवार दी खट रस मीठे पाए। 1413 अंक ते श्री गुरु ग्रंथ साहिब विच ये बोल जड़े हैं वो सुभाईमान हैं। जेकर माता आप ही मनमुख मैली कामणी कुलखणी कुनार बन जाए अते सहज शब्द अते संतोख नाल भरपूर ना होवे, तां आपां किवें आस कर सकते हैं कि वो अपनी बेटी नूं एक सजी गृहिणी बना देवेगी। किसी बच्ची ने ही किसी ना किसी घर विच नूह जाके बनना है। नूह सस के रिश्ते नूं सुखावा बनाउण लई नूह दी मां दी जिम्मेवारी ज्यादा हुंदी है। ज्यादातर मावां अपनी बेटी दे अंदर सस के रिश्ते का डर बचपन विच ही पैदा कर दिंदियां हन ते सस कोल जावेगी फिर पता लगेगा। कर लै धीए मां दे सिर ते ऐश, सस तां तैनूं टिकाणे ला के रखेगी। इस तरह लड़की के मन में पहला ही बिठा जाता है कि सस एक मां नहीं हुंदी, हवा हुंदा है। अपने बच्चों को समझाओ कि सस भी एक मां है जो अपने पुत्र की गृहस्थी की नींह तैयार करती है। उस नींह नूं जेकर नूह दे प्यार अते सत्कार दे बोलां नाल संजोगी दा घर दा माहौल खुशी भरिया होएगा। बड़े बजुर्ग दा मान सन्मान ही मंगते हैं। बड़े जिहड़े बजुर्ग होंदे हन वो सिर्फ मान सन्मान ही मंगते हैं अते उन्हां दा अधिकार भी है। हर मां अपने बच्चे लई सुख शांति चाहुंदी है। अजकल तो वैसे ही सस्सां नूहां पढ़ियां लिखियां हन। वो वक्त दूर लंघ गए जदों नूह नूं पैर दी जुत्ती समझा जाता सी। समय दे फेर बदलते ही रहना है। एक बारी एक तरह टिक के नहीं रहिंदा समा, समय की चाल बदलती रहती है और समय की समझ भी बदलती रहती है। अज दी नूह ने कल नूं सस बनना है, फिर एहसास होएगा कि की ठीक सी अते की गलत सी। अज तक लड़कियां सिक्खियत होने के बावजूद भी परिवार फिर भी टुटते जाते हैं कि नूहां धीआं जिहड़ियां हन वो पढ़ियां लिखियां हन, एजुकेटेड हन, प्रोफैशनल हन, लेकिन फिर भी परिवार जिहड़े हन टुट रहे हैं। ये एक सोचण का विषय है। भारती समाज नूं उंज ही मर्द प्रधान समाज कहा जाता है, जिस विच औरत अजे भी 3 पोपियां की मोहताज समझी जाती है। बचपन विच पिता जी, जवानी विच पति दी अते बुढ़ेपे विच पुत्रां दी। संविधान ने बहुते हक औरत नूं दिते हैं, पर बहुत जगह हकों की गलत वरतों हो रही। जो जो पढ़ाई के खेतर में वाधा हो रहा है, उत्थे औरतों नूं मिले हकों की गलत वरतों भी की जाती है। अज अदालतों में 75% केस तलाक दे चल रहे हैं। परिवार टुटते जा रहे हैं। माँ बाप की गलत सिक्ख्या, गलत सेध बहुत हद तक जिम्मेवार है, क्योंकि हर केस में दाज मंगते हैं का इल्जाम लगता है सस सहुरे उत्ते, जदों कि एडजस्टमेंट लड़के अते लड़की की अपनी नहीं होंदी। जदों कि सच्चाई दाज की ना हो के होर कारणा करके हुंदी है। असल विच औरत की हालत उत्थे माड़ी है जिथे असीं अपने गुरु साहबान की सिक्ख्या नूं भुलदे जा रहे हैं। इस्त्री जेकर गुरबाणी का आसरा लैके अपनी मानसिकता नूं उचिया चुकती है तां वो बेबस, लाचार या कमजोर नहीं रहिंदी, सगों गुणवंती, संपूर्ण, सुलखणी बन के शोभा पाउंदी है। बहुत हद तक घरां विच सस नूं दराणी जठानी, ननान भरजाई ते ताने मेने आदि गल्लां खत्म हो सकदियां हन जेकर थोड़ा जिहा दूर दृष्टि नाल नजिठिया जावे। जदों आनंद कारज की रस्म हुंदी है तां उस समय यह उपदेश दिता जाता है कि जो गुरबाणी का फरमान है, निवन सो अकर खमन गुण, जे बामणिया मंत, ये 3 भैणे वेस कर, तां वत आवी कंत। श्री गुरु ग्रंथ साहिब अंक 1384। भावें यह शब्द परमेश्वर प्रति नूं समझ के उचारिया गया है, पर फिर भी ये दृष्टांत तां सच्चे पातशाह ने सृष्टि विचों ही लिया है। फिर साडे घरां विच झगड़े वधदे वधदे तलाक तक क्यों पहुंच जाते हैं?
ਇਹ ਤਾਂ ਨੂੰਹਾਂ ਲਈ ਤੇ ਨਾ ਸਹੁਰੇ ਪਰਿਵਾਰ ਨੂੰ ਹੀ ਸ਼ੋਭਾ ਦਿੰਦਾ ਹੈ। ਇਹ ਸਭ ਕੁਝ ਤਾਂ ਹੀ ਹੋ ਰਿਹਾ ਹੈ ਕਿਉਂਕਿ ਔਰਤਾਂ ਦੀ ਬਹੁ ਗਿਣਤੀ ਆਪਣੇ ਧਰਮ, ਆਪਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਦਸਮ ਪਾਤਸ਼ਾਹ ਨੇ ਕੁੜੀ ਮਾਰ ਨਾਲ ਰਿਸ਼ਤਾ ਰੱਖਣ ਤੇ ਪਾਬੰਦੀ ਲਗਾਈ, ਪਰ ਅੱਜ ਦੇ ਯੁੱਗ ਵਿੱਚ ਲੜਕੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣ ਦਾ ਰਿਵਾਜ ਗਾਹੇ ਬਗਾਏ ਪ੍ਰਚਲਿਤ ਹੈ। ਉਹਨਾਂ ਦੋਸ਼ੀਆਂ ਲਈ ਕਿਹੜਾ ਕਾਨੂੰਨ ਹੈ? ਹੁਕਮਨਾਮੇ ਦੇ ਬਾਵਜੂਦ ਵੀ ਗੁਰੂਆਂ ਦੀ ਉਸੇ ਧਰਤੀ ਤੇ ਲੜਕੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣਾ ਕਿੱਥੋਂ ਤੱਕ ਸਹੀ ਹੈ? ਇਹਨਾਂ ਕੇਸਾਂ ਵਿੱਚ ਵੀ ਜ਼ਿਆਦਾਤਰ ਸੱਸ, ਨਨਾਣ, ਮਾਂ, ਭੈਣ ਤੇ ਖੁਦ ਇਸਤਰੀ ਆਪ ਜ਼ਿੰਮੇਵਾਰ ਹੈ। ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਇਸੇ ਕਰਕੇ ਹੀ ਪੰਜਾਬ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਘੱਟ ਹੈ। ਬੇਸ਼ੱਕ ਇਹ ਔਰਤ ਹੀ ਜਿਹੜੀ ਹੈ ਇਸ ਗੱਲ ਨੂੰ ਜਿਹੜੀ ਹੈ ਮਹਿਸੂਸ ਕਰਦੀ ਹੈ, ਔਰ ਬੜੇ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਬਹੁਤ ਹੱਦ ਤੱਕ ਔਰਤ ਆਪਣੀ ਬਰਬਾਦੀ ਦੀ ਜ਼ਿੰਮੇਵਾਰ ਆਪ ਹੈ। ਮਰਦ ਪ੍ਰਧਾਨ ਸਮਾਜ ਨਹੀਂ। ਜੇਕਰ ਔਰਤ ਨੇ ਆਪਣੇ ਆਪ ਨੂੰ ਜਲਦੀ ਨਾ ਸੰਭਾਲਿਆ ਤਾਂ ਸ਼ਾਇਦ ਉਸਦਾ ਅਸਲੀ ਵਜੂਦ ਵੀ ਖਤਮ ਹੋ ਜਾਏ। ਉਹ ਫੋਕੇ ਦਿਖਾਵੇ ਦੀ ਖਾਤਰ ਆਪਣੀ ਅਸਲੀ ਪਹਿਚਾਨ ਨੂੰ ਭੁੱਲਦੀ ਜਾ ਰਹੀ ਹੈ। ਸਿੱਖਿਅਤ ਹੋਣ ਦੇ ਬਾਵਜੂਦ ਵੀ ਉਹ ਆਪਣੀਆਂ ਮੁਸ਼ਕਲਾਂ ਨੂੰ ਗਾਹੇ ਬਗਾਹੇ ਸਦਾ ਦੇ ਰਹੀ ਹੈ। ਜੇਕਰ ਔਰਤ ਆਪ ਹੀ ਆਪਣੀ ਹੋਂਦ ਤੇ ਭਵਿੱਖ ਨੂੰ ਧੁੰਦਲਾ ਬਣਾ ਰਹੀ ਹੈ ਤਾਂ ਅਸੀਂ ਸਮਾਜ ਨੂੰ ਜ਼ਿੰਮੇਦਾਰ ਕਿਵੇਂ ਠਹਿਰਾ ਸਕਦੇ ਹਾਂ? ਆਪਣੀ ਬਰਬਾਦੀ ਦੀ ਜ਼ਿੰਮੇਵਾਰ ਉਹ ਆਪ ਹੀ ਹੋਵੇਗੀ। ਇੱਕ ਔਰਤ ਦਾ ਦਰਜਾ ਹਰ ਰਿਸ਼ਤੇ ਵਿੱਚ ਬੜਾ ਮਾਣ ਸਤਿਕਾਰ ਵਾਲਾ ਹੈ। ਔਰਤ ਘਰ ਦਾ ਸ਼ਿੰਗਾਰ ਹੀ ਨਹੀਂ, ਰੂਹ ਵੀ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੀ ਫੈਸ਼ਨ ਦੀ ਦੁਨੀਆ ਵਿੱਚ ਔਰਤ ਆਪਣੇ ਗੁਨਾਹ ਨੂੰ ਪਹਿਲ ਦੇਣ ਦੀ ਥਾਂ ਬੁਰਾਈਆਂ ਨੂੰ ਸੱਦਾ ਦੇ ਰਹੀ ਹੈ। ਫੈਸ਼ਨ ਦੀ ਦੌੜ ਵਿੱਚ ਅੱਗੇ ਲੰਘਣਾ 90% ਔਰਤਾਂ ਦਾ ਸ਼ੌਕ ਬਣ ਗਿਆ ਹੈ ਅਤੇ ਇੱਕ ਦੂਜੇ ਤੋਂ ਅੱਗੇ ਲੰਘਣ ਦਾ। ਇੱਥੋਂ ਤੱਕ ਕਿ ਔਰਤ ਨਸ਼ੇ ਜਿਹੀਆਂ ਲਾਹਨਤਾਂ ਨੂੰ ਵੀ ਗੱਲ ਲਾ ਬੈਠੀਆਂ ਹਨ। ਪਹਿਲਾਂ ਗੁਣ ਇਸਤਰੀ ਵਿੱਚ ਦੇਖਣ ਨੂੰ ਆਮ ਮਿਲਦੇ ਸਨ, ਜਿਵੇਂ ਕਿ ਸਹਿਨਸ਼ੀਲਤਾ, ਦਇਆ, ਹਮਦਰਦੀ ਦੀ ਮੂਰਤ ਹੋਣਾ। ਉਹ ਆਪਣੇ ਪ੍ਰਤੀ ਸੁਚੇਤ ਸੀ, ਆਪਣੀ ਹਰ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਉਂਦੀ ਸੀ, ਚਾਹੇ ਉਹ ਜ਼ਿੰਮੇਵਾਰੀ ਬੱਚਿਆਂ ਦੀ ਹੋਵੇ, ਚਾਹੇ ਪਤੀ ਦੀ ਹੋਵੇ, ਚਾਹੇ ਬਾਕੀ ਘਰ ਪਰਿਵਾਰ ਦੀ। ਹਰ ਰਿਸ਼ਤੇ ਵਿੱਚ ਵਧੀਆ ਭੂਮਿਕਾ ਨਿਭਾਉਂਦੀ ਸੀ। ਪਰ ਅਫਸੋਸ ਕਿ ਅੱਜ ਰੁਖ ਬਦਲਦਾ ਨਜ਼ਰ ਆ ਰਿਹਾ ਹੈ। ਉਸ ਕੋਲ ਫੈਸ਼ਨ ਅਤੇ ਪੈਸੇ ਦੀ ਦੌੜ ਵਿੱਚ ਵਿਅਸਤ ਹੋਣ ਕਰਕੇ ਬੱਚਿਆਂ ਲਈ, ਪਤੀ ਲਈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਵਕਤ ਹੀ ਨਹੀਂ ਹੈ। ਸਿਆਣੇ ਬਜ਼ੁਰਗ ਕਹਿੰਦੇ ਹਨ ਕਿ ਮਰਦ ਤੇ ਅਸਲੇ ਖਾਨੇ ਦਾ ਸਭ ਤੋਂ ਕੀਮਤੀ ਹਥਿਆਰ ਹੈ ਸਭ ਤੋਂ ਕੀਮਤੀ ਹਥਿਆਰ ਹੈ ਉਸਦੀ ਪਤਨੀ। ਉਹ ਡਿੱਗਦੇ ਢਹਿੰਦੇ ਮਰਦ ਨੂੰ ਸਹਾਰਾ ਦਿੰਦੀ ਹੈ, ਪਰ ਰੱਬ ਨਾ ਕਰੇ ਜੇਕਰ ਹਥਿਆਰ ਪੁੱਠਾ ਪੈ ਜਾਵੇ ਤਾਂ ਉਹ ਗ੍ਰਸਤੀ ਦਾ ਰੱਬ ਹੀ ਰਾਖਾ ਹੈ। ਅੱਜ ਦੀ ਇਸਤਰੀ ਆਪਣੇ ਬਾਰੇ ਹੀ ਸੋਚਦੀ ਹੈ। ਆਪਣੇ ਗੁਨਾਹ ਨੂੰ ਅੱਖੋਂ ਓਲੇ ਰੱਖ ਕੇ ਸਿਰਫ ਕਲਪਨਾ ਤੇ ਭਾਵਨਾ ਦੀ ਅਤੇ ਸੁਪਨਿਆਂ ਦੀ ਦੁਨੀਆ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੀ ਹੈ। ਉਸ ਦੀ ਖਾਤਰ ਚਾਹੇ ਉਸ ਨੂੰ ਆਪਣਾ ਆਪ ਹੀ ਕਿਉਂ ਨਾ ਦਾਅ ਤੇ ਲਾਉਣਾ ਪਵੇ। ਅੱਜ ਦਾ ਯੁੱਗ ਦਿਖਾਵੇ ਦਾ ਯੁੱਗ ਹੈ, ਜਿਸ ਕਰਕੇ ਔਰਤ ਦੌਲਤ ਤੇ ਝੂਠੀ ਸ਼ੋਹਰਤ ਦੇ ਸ਼ਾਨ ਖਾਤਰ ਆਪਣੀ ਅਸਲੀ ਪਹਿਚਾਨ ਨੂੰ ਗਵਾ ਰਹੀ ਹੈ। ਆਓ ਹੁਣੇ ਵਿਚਾਰ ਕਰੀਏ ਕਿ ਅਸੀਂ ਕਿੰਨੇ ਕੁ ਯਤਨਸ਼ੀਲ ਹਾਂ ਸੁਚੱਜੇ ਪਰਿਵਾਰ ਅਤੇ ਉੱਤਮ ਸਮਾਜ ਦੀ ਸਿਰਜਣਾ ਲਈ। ਅਜੋਕੇ ਸਮੇਂ ਦੀ ਲੋੜ ਹੈ ਕਿ ਧਾਰਮਿਕ ਤੇ ਇਸਤਰੀ ਸਭਾਵਾਂ ਅਤੇ ਸਮਾਜਿਕ ਜਥੇਬੰਦੀਆਂ ਅੱਗੇ ਆਉਣ, ਘਰ ਪਰਿਵਾਰ ਦਾ ਅਤੇ ਸਮਾਜ ਦਾ ਮਾਹੌਲ ਸਵਾਰਨ ਤੇ ਸਦਭਾਵਨਾ ਵਾਲਾ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਪਾਉਣ। ਨਿਸ਼ਚੈ ਹੀ ਦ੍ਰਿੜਤਾ, ਆਤਮ ਵਿਸ਼ਵਾਸ ਅਤੇ ਧਰਮ ਪ੍ਰਤੀ ਸ਼ਰਧਾ ਹੀ ਇਸਤਰੀ ਦੀ ਚੇਤਨਾ ਦਾ ਆਧਾਰ ਹੈ, ਜੋ ਕਿ ਸਮਾਜਿਕ ਨਵ ਨਿਰਮਾਣ ਦੇ ਸਮਰੱਥ ਹੋ ਸਕਦਾ। ਪਰਿਵਾਰ ਤੇ ਸਮਾਜਿਕ ਕ੍ਰਾਂਤੀ ਇਵੇਂ ਹੀ ਆ ਸਕਦੀ ਹੈ ਤਾਂ ਉਹ ਚੰਗੀਆਂ ਮਾਵਾਂ, ਚੰਗੀਆਂ ਪਤਨੀਆਂ, ਚੰਗੀਆਂ ਭੈਣਾਂ ਹੀ ਬਣਾ ਸਕਦੀਆਂ ਹਨ। ਛੋਟੇ ਬੱਚਿਆਂ ਨੂੰ ਰਾਤ ਨੂੰ ਸੌਣ ਲੱਗੀਆਂ ਮਾਵਾਂ, ਦਾਦੀ ਅਤੇ ਨਾਨੀ ਗੁਰਮਤਿ ਦੀਆਂ ਸਾਖੀਆਂ ਸੁਣਾਉਣ। ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਦੱਸਿਆ ਜਾਏ ਕਿ ਇਹ ਸਿੱਖੀ ਸਾਡੇ ਬਜ਼ੁਰਗਾਂ ਨੂੰ ਥਾਲੀ ਵਿੱਚ ਪਰੋਸ ਕੇ ਨਹੀਂ ਮਿਲੀ, ਸਗੋਂ ਹਜ਼ਾਰਾਂ ਕੁਰਬਾਨੀਆਂ ਦੇ ਕੇ, ਬੰਦ ਕਟਵਾ ਕੇ, ਆਰਾਂ ਨਾਲ ਚਰਵਾ ਕੇ ਮਿਲੀ ਹੈ। ਅੱਜ ਦੀ ਪਨੀਰੀ ਕੱਲ ਦੀ ਵਾਰਸ ਹੈ। ਜਿਨ੍ਹਾਂ ਨੇ ਸਿੱਖ ਪੰਥ ਦੀ ਵਾਗਡੋਰ ਸੰਭਾਲੀ ਹੈ ਤੇ ਨੌਜਵਾਨ ਅਤੇ ਬੱਚਿਆਂ ਤੇ ਹੀ ਧਰਮ ਅਤੇ ਕੌਮ ਦਾ ਭਵਿੱਖ ਖੜਾ ਹੈ। ਅੱਜ ਕੱਲ ਤਾਂ ਵੈਸੇ ਹੀ ਪਰਿਵਾਰ ਬਹੁਤ ਛੋਟੇ ਰਹਿ ਗਏ ਹਨ।
ਹੁਣ ਕਈ ਵਾਰੀ ਇਹ ਸਵਾਲ ਖੜਾ ਹੋ ਜਾਂਦਾ ਹੈ, ਕਈ ਬੀਬੀਆਂ ਨੂੰਹਾਂ ਗੁਰਬਾਣੀ ਨਾਲ ਪ੍ਰੇਮ ਰੱਖਦੀਆਂ ਹਨ, ਕੀਰਤਨ ਕਰਦੀਆਂ ਹਨ, ਸਮਾਗਮਾਂ ਤੇ ਵੀ ਜਾਂਦੀਆਂ ਹਨ, ਘਰ ਵਾਪਸ ਪਹੁੰਚਦਿਆਂ ਜੇਕਰ ਥੋੜੀ ਦੇਰ ਹੋ ਜਾਏ ਤਾਂ ਉਹਨਾਂ ਦੇ ਪਰਿਵਾਰ ਵਾਲੇ ਇਤਰਾਜ਼ ਕਰਦੇ ਹਨ। ਉਸ ਸਥਿਤੀ ਵਿੱਚ ਉਹ ਕੀ ਕਰਨ? ਇਸੇ ਤਰ੍ਹਾਂ ਹੀ ਕੁਝ ਬੀਬੀਆਂ ਕੇਸਕੀ ਸਜਾਉਂਦੀਆਂ ਹਨ, ਅੰਮ੍ਰਿਤਧਾਰੀ ਹਨ, ਪਰ ਘਰ ਵਾਲੇ ਇਸ ਰੂਪ ਨੂੰ ਪਸੰਦ ਨਹੀਂ ਕਰਦੇ। ਜੇਕਰ ਉਹ ਕੇਸਕੀ ਦਸਤਾਰ ਉਤਾਰ ਦਿੰਦੀਆਂ ਹਨ ਤਾਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀਆਂ ਹਨ। ਜੇਕਰ ਕੇਸਕੀ ਦਸਤਾਰ ਸਜਾਏ ਰੱਖਦੀਆਂ ਹਨ ਤਾਂ ਘਰ ਵਿੱਚ ਸ਼ਾਂਤੀ ਭੰਗ ਹੁੰਦੀ ਹੈ। ਉਹ ਕੀ ਕਰਨ? ਇੱਕ ਵਿਚਾਰ ਹੈ ਕਿ ਬੀਬੀਆਂ ਪ੍ਰੇਮ ਭਾਵ ਅਤੇ ਆਦਰ ਸਤਿਕਾਰ ਨੂੰ ਮੁੱਖ ਰੱਖ ਕੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰ ਸਕਦੀਆਂ ਹਨ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਪਤੀ, ਪਰਿਵਾਰਕ ਮੈਂਬਰ ਅਤੇ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਪ੍ਰੇਮ ਹੀ ਦੱਸਿਆ ਹੈ। ਗੁਰੂ ਦਸਮ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਜੇਕਰ ਅਸੀਂ ਨਿਸ਼ਚੇ ਅਤੇ ਪਿਆਰ ਨਾਲ ਉਸ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹਾਂ ਤਾਂ ਸਾਨੂੰ ਉਸ ਪਾਸੇ ਵੱਲ ਉਦਮ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਜੇਕਰ ਇਸਤਰੀ ਪਿਆਰ, ਲਗਨ ਅਤੇ ਸਿਦਕ ਦਾ ਹਥਿਆਰ ਅਪਣਾ ਲਵੇ ਤਾਂ ਮੇਰਾ ਵਿਚਾਰ ਹੈ ਕਿ ਘਰ ਵਿੱਚ ਸੁਖ ਸ਼ਾਂਤੀ ਹੀ ਨਹੀਂ, ਉਹ ਘਰ ਸੱਚਮੁੱਚ ਹੀ ਸੱਚਖੰਡ, ਸੱਚ ਦਾ ਖੇਤਰ ਬਣ ਜਾਏਗਾ, ਸਚਿਆਰਾ ਘਰ ਬਣ ਜਾਏਗਾ। ਅਕਾਲ ਪੁਰਖ ਸੱਚੇ ਪਾਤਸ਼ਾਹ ਆਪਣੇ ਰਾਹਾਂ ਤੋਂ ਰਾਹਾਂ ਪਈਆਂ ਹੋਈਆਂ ਮੇਰੀਆਂ ਭੈਣਾਂ ਬੱਚੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ, ਆਪਣੇ ਧਰਮ ਨਾਲ ਜੁੜਨ ਦੀ ਸੋਝੀ ਬਖਸ਼ਣ। ਅਜੇ ਵੀ ਜੇਕਰ ਆਪਣੇ ਆਪ ਨੂੰ, ਆਪਣੇ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਪੜ੍ਹਨ ਨਾਲ, ਸਮਝਣ ਨਾਲ ਸਮਤ ਆ ਜਾਵੇ ਤਾਂ ਅੱਜ ਵੀ ਪੁਰਾਤਨ ਬੀਬੀਆਂ ਵਾਂਗ, ਮਾਤਾਵਾਂ ਵਾਂਗ ਸਿੱਖ ਬੀਬੀਆਂ ਗੁਰੂ ਦੀ ਬਖਸ਼ਿਸ਼ ਦੀਆਂ ਪਾਤਰ ਬਣ ਸਕਦੀਆਂ ਹਨ। ਅੱਜ ਇੱਥੇ ਹੀ ਵਿਚਾਰ ਇਹਨੇ ਕੋ ਆਪ ਪ੍ਰਵਾਨ ਕਰੋ। ਅਗਲੇ ਲੈਕਚਰ ਵਿੱਚ ਅਸੀਂ ਇਸ ਤੋਂ ਅੱਗੇ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਕਿ ਆਪਣੇ ਘਰ, ਖੇਤਰ, ਨੌਕਰੀ, ਵਪਾਰ ਅਤੇ ਪ੍ਰੋਫੈਸ਼ਨ ਆਦਿ ਵਿੱਚ ਸਿੱਖ ਇਸਤਰੀਆਂ ਗੁਰਮਤ ਮੁਤਾਬਕ ਕਿਵੇਂ ਵਿਚਰਨ। ਤੋ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲਤੀਆਂ ਭੁੱਲਾਂ ਦੀ ਮਾਫੀ ਜੀ।